ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਵਿੱਚ ਅੱਜ ਦੇ ਸਾਡੇ ਮਹਿਮਾਨ ਨੇ ਹਰਭਜਨ ਕੌਰ। ਉਮਰ 96 ਸਾਲ। ਹਰਭਜਨ ਹੋਰਾਂ ਦਾ ਜਨਮ 1926 'ਚ ਤਰਨਤਾਰਨ ਵਿਖੇ ਹੋਇਆ। ਉਹ 8 ਭੈਣ ਭਰਾ ਸਨ। 1949 'ਚ ਹਰਭਜਨ ਕੌਰ ਵਿਆਹ ਕੇ ਅੰਮ੍ਰਿਤਸਰ ਚਲੇ ਗਏ। ਵਿਆਹ ਮਗਰੋਂ ਉਹਨਾਂ ਦੇ ਘਰ 3 ਧੀਆਂ ਨੇ ਜਨਮ ਲਿਆ। 2008 'ਚ ਆਪਣੇ ਪਤੀ ਦੇ ਗੁਜ਼ਰ ਜਾਣ ਮਗਰੋਂ ਹਰਭਜਨ ਕੌਰ ਆਪਣੀ ਧੀ ਰਵੀਨਾ ਦੇ ਕਹਿਣ 'ਤੇ ਉਹਨਾਂ ਨਾਲ ਆ ਕੇ ਰਹਿਣ ਲੱਗੇ। 2016 ਦੀ ਗੱਲ ਹੈ, ਜਦੋਂ 90 ਸਾਲਾਂ ਦੇ ਸਨ। ਇੱਕ ਦਿਨ ਸਰਸਰੀ ਚੱਲੀ ਗੱਲਬਾਤ 'ਚ ਹਰਭਜਨ ਕੌਰ ਹੋਰਾਂ ਨੇ ਆਪਣੀ ਧੀ ਕੋਲ ਦਿਲ ਦੀ ਇੱਛਾ ਜਾਂ ਕਹਿ ਲਵੋ ਕਿ ਪਛਤਾਵਾ ਜ਼ਾਹਿਰ ਕੀਤਾ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਮਿਹਨਤ ਨਾਲ 1 ਰੁਪਇਆ ਤੱਕ ਨਹੀਂ ਕਮਾਇਆ। ਉਂਝ ਹਰਭਜਨ ਕੌਰ ਹੋਰਾਂ ਨੂੰ ਪੜ੍ਹਾਈ ਲਿਖਾਈ ਤੋਂ ਇਲਾਵਾ ਘਰ ਤੇ ਰਸੋਈ ਦਾ ਕੋਈ ਵੀ ਅਜਿਹਾ ਕੰਮ ਨਹੀਂ ਜੋ ਨਾ ਆਉਂਦਾ ਹੋਵੇ। ਮਾਂ ਦੀ ਗੱਲ ਸੁਣਨ ਤੋਂ ਬਾਅਦ ਧੀ ਨੇ ਸੁਝਾਅ ਦਿੱਤਾ ਕਿ ਤੁਸੀਂ ਇੰਨਾ ਸਵਾਦ ਖਾਣਾ ਬਣਾ ਲੈਂਦੇ ਹੋ, ਕਿਉਂ ਨਾ ਇਹਨੂੰ ਹੀ ਤੁਹਾਡੀ ਕਮਾਈ ਦਾ ਜ਼ਰੀਆ ਬਣਾਈਏ। ਅਗਲੇ ਹੀ ਦਿਨ ਹਰਭਜਨ ਕੌਰ ਹੋਰਾਂ ਨੇ ਪਰਿਵਾਰ ਦੇ ਸਹਿਯੋਗ ਨਾਲ ਬੇਸਣ ਦੀ ਬਰਫੀ, ਅੰਬਾਂ, ਟਮਾਟਰਾਂ ਦੀ ਚਟਣੀ ਬਣਾਈ ਅਤੇ ਘਰ ਦੇ ਨੇੜੇ ਲੱਗਦੀ ਮੰਡੀ ਵਿੱਚ ਵੇਚ ਆਏ। ਤੇ ਇਸ ਤਰ੍ਹਾਂ ਹਰਭਜਨ ਕੌਰ ਹੋਰਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਕਮਾਈ ਕੀਤੀ। ਅੱਜ ਹਰਭਜਨਸ ਨਾਂ ਦੇ ਬ੍ਰਾਂਡ ਤੋਂ ਉਹਨਾਂ ਦੀ ਬਣਾਈ ਬੇਸਣ ਦੀ ਬਰਫੀ, ਅਚਾਰ ਅਤੇ ਚਟਣੀ ਵਿਦੇਸ਼ਾਂ ਵਿੱਚ ਵਸਦੇ ਲੋਕ ਵੀ ਖਰੀਦਦੇ ਨੇ। ਹਰਭਜਨ ਕੌਰ ਹੋਰਾਂ ਦੀ ਕਹਾਣੀ ਲੱਖਾਂ ਲੋਕਾਂ ਲਈ ਰਾਹ ਦਸੇਰਾ ਬਣੀ ਹੈ ਤੇ ਅੱਜ ਉਹਨਾਂ ਨੂੰ ਤੁਹਾਡੇ ਰੂਬਰੂ ਕਰਕੇ ਅਦਾਰਾ ਬੀ ਸੋਸ਼ਲ ਮਾਣ ਮਹਿਸੂਸ ਕਰ ਰਿਹਾ ਹੈ। ਆਓ ਮਿਲਦੇ ਹਾਂ ਹਰਭਜਨ ਕੌਰ ਹੋਰਾਂ ਨੂੰ। ਫਿਰ ਬੇਟੇ 8 ਸਾਲ ਤੋਂ ਹੋ ਗਏ ਉਹਨਾਂ 2008 ਚ ਗੁਜ਼ਰੇ। ਅੱਛਾ ਜੀ। ਫਿਰ ਮੈਂ ਮਿਲ ਗਿਆ। ਅੱਛਾ। ਇਹ ਆਪਣੇ ਕੋਲ ਤੇ ਉਦੋਂ ਦੀ ਮੈਂ ਇੱਥੇ। ਠੀਕ ਹੈ। ਦੂਜੀਆਂ ਬੇਟੀਆਂ ਇੱਕ ਦੀ 2-3 ਮਹੀਨੇ ਹੋਈ ਡੈਥ ਹੋਈ ਹੈ ਕੈਂਸਰ ਦੇ ਨਾਲ। ਵੱਡੀ ਸਾਰਿਆਂ ਨਾਲੋਂ ਵੱਡੀ। ਛੋਟੀ ਜਿਹੜੀ ਹੈ ਆਰਮੀ 'ਚ, ਉਹ ਰਿਟਾਇਰ ਹੋ ਕੇ ਉਹ ਆਪਣੀ ਬੇਟੀ ਕੋਲ। ਅੱਛਾ, ਤੁਹਾਡੀ ਬੇਟੀ ਆਰਮੀ 'ਚ ਸੀ? ਹਾਂ, ਵਿਚਲੀ ਅੱਛਾ। ਕਰਨਲ ਰਿਟਾਇਰ ਹੋ ਗਈ। ਅੱਛਾ। ਤੇ ਉਹ ਆਪਣੀ ਬੇਟੀ ਕੋਲ ਰਹਿੰਦੇ। ਬੇਟੀ ਦਾ ਬੱਚਾ ਛੋਟਾ। ਅੱਛਾ। ਉਹਨਾਂ ਨੂੰ ਉਹਦੀ ਰੌਣਕ ਬੜੀ ਬੱਚੇ ਦੀ। ਹਾਂ, ਬਹੁਤ ਦਿਲ ਲੱਗਾ ਹੈ ਉਹਨਾਂ ਦਾ। ਅੱਛਾ। ਉਹ ਉਹਦੇ ਕੋਲ ਉਹ ਨਾਲ ਆਮੋ ਸਾਹਮਣੇ ਮਕਾਨ ਲਿੱਤਾ ਹੈ। ਅੱਛਾ। ਉਹ ਫਿਰ ਬੱਚੇ ਨੂੰ ਉਹ ਦੇਖਦੇ ਉਹ ਕੰਮ ਕਰਦਾ। ਲੜਕੀ ਵੀ ਰੱਖੀ ਹੋਈ ਉਹਦੇ ਵਾਸਤੇ। ਅੱਛਾ। ਫਿਰ ਵੀ ਇਹ ਨਾ ਜਿੰਨੀ ਦੇਰ ਆਪਣੇ ਹੱਥੀਂ ਨਾ ਕਰਨੀ ਚਾਹੀਦੀ। ਹਾਂ। ਬੱਚੇ ਨੂੰ ਖਵਾਉਣਾ ਪਿਲਾਉਣਾ ਆਪਣੇ ਉਹਦੇ ਨਾਲ ਉਹਨਾਂ ਦਾ ਪਿਆਰ ਹੀ ਬਹੁਤ। ਨਾਲੇ ਉਹਨਾਂ ਦਾ ਵੀ ਦਿਲ ਲੱਗਿਆ ਹੋਊਗਾ ਉਹਦੇ ਹਾਂ, ਨਾਲ। ਬਹੁਤ। ਦੋਵੇਂ ਮੀਆਂ ਬੀਬੀ। ਉਹਨਾਂ ਦੀ ਇੱਕ ਬੇਟੀ ਹੈ ਉਹਨਾਂ ਕੋਲ ਹੀ ਤੇ ਦੂਜਾ ਬੇਟਾ ਉਹ ਗੁੜਗਾਉਂ। ਅੱਛਾ। ਦੋ ਬੱਚੇ ਮੇਰੇ। ਵੱਡੀ ਦੀ ਵੱਡੀ ਡਾਕਟਰ। ਅੱਛਾ। ਬੇਟਾ ਅੱਛਾ। ਦੋ ਬੱਚੇ ਉਹ ਤਾਂ ਇੱਥੇ ਹੀ। ਅੱਛਾ। ਵੱਡਾ ਸ਼ੈਫ ਤੇ ਲੜਕੀ ਡਿਜ਼ਾਈਨਰ। ਅੱਛਾ। ਦੋਵੇਂ ਬੜੇ ਅੱਛੇ ਲਾਇਕ। ਤੁਸੀਂ ਉਹਦੇ ਵਿਆਹ 'ਚ ਵੀ ਬਰਫੀ ਬਣਾਈ ਸੀਗੀ? ਬਿਲਕੁਲ। ਸਾਰੀ ਉਹਨੇ ਬਣਵਾਈ ਨਹੀਂ, ਕਹਿੰਦੀ ਮੈਂ ਬਾਜ਼ਾਰ ਦੇ ਨਹੀਂ ਦੇਣਾ। ਅੱਛਾ। ਨਾ। ਕਿੰਨੇ ਦਿਨ ਲਾ ਕੇ ਬਣਾਈ ਫਿਰ ਤੁਸੀਂ? ਹਾਂਜੀ। ਕਿੰਨੇ ਦਿਨ ਲਾ ਕੇ ਬਣਾਈ? ਐਸਾ ਬਣਾਉਂਦੇ ਗਏ ਵਰਤਦੇ ਤੇ ਨਾਲ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਬੇਟਾ ਮੈਂ ਇੰਨੀ ਕਿੱਥੋਂ ਬਣਾ ਸਕਾਂ। ਕਹਿੰਦੀ ਨਹੀਂ ਮਾਮਾ, ਨਾਨੀ ਬਣਾਉਂਦੇ ਸਨ। ਮੈਂ ਜਗਤ ਨਾਨੀ ਹਾਂ। ਤੇ ਮੈਂ ਕਿਹਾ ਮੈਂ ਕਿਸ ਤਰ੍ਹਾਂ ਬਣਾਵਾਂ। ਨਹੀਂ ਨਾਨੀ ਬਣਾਉਣੀ ਪੈਣੀ। ਅੱਛਾ। ਫਿਰ ਬਣਾਈ। ਫਿਰ ਮੈਂ ਕਿਸੇ ਦੇ ਕੋਲ ਮਦਦ ਨਹੀਂ ਲੈਂਦੀ। ਪਹਿਲੇ ਉਹ ਜਦੋਂ ਮੇਰੇ ਕੋਲ ਹੁੰਦਾ ਸੀ ਮੈਂ ਆਪਣੇ ਆਪ ਕਰਦੀ। ਅੱਛਾ। ਮੈਂ ਕਹਿੰਦੀ ਸੀ ਜਾਓ ਬਾਹਰ, ਮੈਂ ਆਪੇ ਆਪਣੀ ਮਰਜ਼ੀ ਨਾਲ ਆਪਣੀ। ਅੱਛਾ। ਤੁਸੀਂ ਬਸ ਸਵਾਦ ਦੇ ਦਿਓ। ਅੱਛਾ। ਫਿਰ ਪਿੱਛੋਂ ਹੁਣ ਆਹਿਸਤਾ ਬੇਟਾ ਫਰਕ ਪੈ ਗਿਆ। ਉਹਨੂੰ ਇੰਨੀ ਹਿੰਮਤ ਨਹੀਂ ਰਹੀ। ਨਾਲੇ ਅਰਥਰਾਈਟਿਸ ਦੋਰੇ ਸ਼ੋਲਡਰ ਦਰਦ ਕਰਦੇ। ਹਾਂ। ਬਾਦੀ ਉੱਚੇ ਨਹੀਂ ਹੁੰਦੀ। ਫਿਰ ਵੀ ਮੈਂ ਆਪਣਾ ਕੰਮ ਤੋਂ ਲਾਈ ਆਪਣੀ ਜੋ ਵੀ ਕੰਮ ਕਰਨਾ ਆਪਣੇ ਆਪ। ਬੁਢੀ ਆਦਮੀ ਭੁੱਲ ਵੀ ਬੜਾ ਜਾਂਦੀ।
ਤੁਸੀਂ? ਹਾਂ, ਭੁੱਲ ਨਹੀਂ ਜਾਂਦੀ ਉਮਰ ਦੇ ਨਾਲ। ਹਾਂ ਕੋਈ ਕੰਨਾਂ ਦਾ ਵੀ ਫਰਕ ਪੈ ਗਿਆ ਹਾਂ ਤੇ ਫਿਰ ਭੁੱਲ ਵੀ ਜਾਂਦੀ ਨੇ, ਕੋਈ ਨਾ ਕੋਈ ਯਾਦ ਆ ਜਾਂਦਾ ਬਾਅਦ ਵਿੱਚ, ਪਰ ਇੱਕਦਮ ਨਹੀਂ ਕਿਸੇ ਵੇਲੇ ਭੁੱਲ ਜਾਂਦਾ। ਬੀਜੀ ਤੁਸੀਂ ਤਾਂ ਇੰਨੀ ਉਮਰ ਕੱਢ ਲਈ, ਸਾਨੂੰ ਹੁਣੀ ਚੀਜ਼ਾਂ ਭੁੱਲਦੀਆਂ ਨੇ। ਬੇਟੇ ਵੀ ਕਈ ਵਾਰੀ ਕੋਈ ਚੀਜ਼ ਰੱਖ ਦੂੰਗੀ, ਰੱਖ ਕੇ ਫਿਰ ਮੈਨੂੰ ਯਾਦ ਨਹੀਂ ਆਉਂਦੀ। ਨਹੀਂ ਭੁੱਲਣੀ। ਕਈ ਵਾਰੀ ਮੈਂ ਕਿਸੇ ਕੋਲੇ ਜਾਊਂਗੀ ਕੁਝ ਕਹਿਣ ਲਈ, ਫਿਰ ਮੈਨੂੰ ਭੁੱਲ ਜਾਂਦਾ ਮੈਂ ਕੀ ਕਹਿਣ ਆਈ ਸੀ। ਹਾਂ, ਫਿਰ ਸੋਚਦੀ ਹੂੰ। ਹਾਂ मैं भी यही कुछ करती हूँ। ये लड़की मेरी पोटी का काम करती ਮੈਨੂੰ ਦੱਸਿਆ ਉਹਨਾਂ ਨੇ। है, बड़ी सोनी बनाई। ਅੱਛਾ हमने आज भी एक की ग्रेजिंग की थी, कट के ले आई बाहर टेबल पे, बड़ी सोनी चीज होगी। ਉਹ ਕਹਿੰਦੇ ਮੈਂ ਵੀ 50 ਸਾਲ ਦੀ ਉਮਰ ਚੱਕ ਸ਼ੁਰੂ ਕੀਤਾ। हाँ, उन्हें की थोड़ी देर में ਤੁਸੀਂ ਇਨਸਪੀਰੇਸ਼ਨ ਬਣੇ ਉਹਨਾਂ ਲਈ, ਹੈ ਨਾ? मेरे बच्चन बेटे इन्हों आपे शौक पैदा हो। ਹਾਂ ਇਹਨਾਂ ਨੂੰ ਪਹਿਲਾਂ ਆਉਂਦਾ ਸੀ ਤੇ ਇਹਨਾਂ ਨੇ ਹੁਣੇ ਸਿੱਖਿਆ? नहीं हूँ ਅੱਛਾ इतने आके ਅੱਛਾ किसी को थोड़ी हफ्ता को सीखे फिर आप ਅੱਛਾ पहले नहीं करते। और मंजी बैठी बैठी कापी पेंसिल लैके कोई ना कोई लिखा मारती रहती, कभी पेंट कुछ कर दी, कभी कुछ। पहले पेंटिंग पहले शुरू इस तो की थी, जड़ियाँ प्लेटा बनाई, ਅੱਛਾ पेंट की थी, प्रिंट पेंटिंग की थी। वो ये सारे टेबल लैंप बनाए, ਅੱਛਾ किन्ने टेबल लैंप बनाए, सारे रंग करके सारा पेंट पुंट करके सारा ਹੁਣ ਤਾਂ ਬਣੇ ਨੇ ਕਾਫੀ ਸਾਲ ਹੋ ਗਏ। ਤੇ ਰੰਗ ਦਾ ਵੀ ਫਰਕ ਪੈ ਜਾਂਦਾ, ਧੁੱਪੇ ਛਾਵੇਂ ਬਣ। ਫਿਰ ਉਸ ਤੋਂ ਬਾਅਦ ਇਹਨੇ ਆਹਿਸਤਾ ਆਹਿਸਤਾ ਹੁਣ ਕਾਫੀ ਚੰਗਾ। ਹੋਰ ਦੱਸੋ ਫਿਰ ਕੀ ਹਾਲ ਚਾਲ ਹੈ ਤੁਹਾਡਾ? ਮੇਰਾ ਕਿਵੇਂ ਹੋ ਤੁਸੀਂ? ਸਿਹਤ ਕਿਵੇਂ ਹੈ ਤੁਹਾਡੀ? ਹਾਂਜੀ, ਕਿਵੇਂ ਹੋ ਤੁਸੀਂ? ਸਿਹਤ ਕਿਵੇਂ ਹੈ ਤੁਹਾਡੀ? ਮੈਂ ਠੀਕ ਹੋ ਤੁਸੀਂ? ਠੀਕ ਬੇਟਾ, ਉਮਰ ਦੇ ਨਾਲ ਫਰਕ ਤਾਂ ਪੈਣਾ। ਤੇ ਉਹ ਅਵਸਥਾ ਹੁੰਦੀ ਪਰ ਬਰਦਾਸ਼ਤ ਕਰੀ, ਤੇ ਨਾ ਕਰਨ ਦੀ ਮੇਰੇ ਆਪਣੇ ਦੀ ਪ੍ਰੋਬਲਮ ਬਣ। ਇਸ ਵਿੱਚ ਜਿਸ ਤਰ੍ਹਾਂ ਵੀ ਯਾਰ ਥੋੜਾ ਹੈ ਬਹੁਤ ਹੈ, ਮੈਂ ਆਪਣੇ ਆਪ ਇਹਨਾਂ ਮੈਨੂੰ ਪਹਿਲੇ ਬੜਾ ਹੌਸਲਾ ਕਹਿੰਦੇ ਆਪਣਾ ਕੰਮ ਆਪ ਕਰੋ, ਜੇ ਛੱਡੋਗੇ ਤੇ ਰਹਿ ਜਾਓਗੇ, ਜੇ ਕਰੋਗੇ ਤੇ ਚੱਲਦਾ ਰਹੇ। ਬਿਲਕੁਲ ਹਾਂ। तो फिर मैं उन्हें अपना नहाना धोना वाशिंग नहीं करता। अच्छा वाशिंग काम वाली कर दी, वो थोड़ी थोड़ी जी कोई लोड वाला है वो मैं नहान लग जाता। फिर अपने पानी की बाल्टी रखनी, गर्म पानी, ऊपर सूलर है। अच्छा वो पानी मैं अपना सवेरे 8 बजे नहा, 8 सवेरे नहा के अपने कपड़े तैयार करके बाहर मंजे च रखे, फिर तैयार होके कंघी नहीं हूँ अजकल बाजू दर्द करके कभी इन्हों को करानी, कभी काम वाली को वो करती। मेरा काम सिर्फ वो कंघी का करती। अच्छा और नहीं जे कुछ मतलब मैंने जरूरत हो गई तो कितने दर्द होंगी कुछ होंगी, तेल जो मालिश करानी वो दे दूँगा। ਬਾਕੀ ਆਪਣਾ A to Z। ਮੈਂ ਦੇਖਿਆ ਸੀ ਕਿ ਵੀਡੀਓ 'ਚ ਤੁਸੀਂ ਕੱਪੜੇ ਵੀ ਆਪ ਪ੍ਰੈਸ ਕਰ ਲੈਂਦੇ ਹੋ ਆਪਣੇ? ਬਿਲਕੁਲ ਬੇਟਾ, ਮੈਂ ਸਾਰੀ ਉਮਰ ਨਾ ਕੱਪੜੇ ਸਿਲਾਏ ਤੇ ਨਾ ਮੈਂ ਪ੍ਰੈਸ ਕਰਾਏ, ਨਾ ਧੋਏ। ਸਿਉਂਦੇ ਵੀ ਆਪ ਰਹੇ ਹੋ ਤੁਸੀਂ ਕੱਪੜੇ? ਮੈਂ ਸਿਉਂਦੀ ਵੀ ਆਪੇ, ਅੱਛਾ ਮੈਂ ਨੀਟਿੰਗ ਵੀ ਕਰਦੀ, ਕੱਪੜੇ ਵੀ ਸਿੱਤੇ, ਘਰ ਦਾ ਰਸੋਈ ਦਾ ਸਾਰਾ ਕੰਮ ਕੀਤਾ, ਸਾਰੀ ਕੋ ਖਾਣ ਪੀਣ ਵਾਲੀ ਚੀਜ਼ ਬੱਚਿਆਂ ਦੇ ਸ਼ੌਕ ਦੀ ਸਬਜ਼ੀ ਬਣਾਈ। ਸਾਡੇ ਪਿਤਾ ਜੀ ਨੇ ਸਾਨੂੰ ਖਵਾਇਆ ਸੀ, ਉਹ ਬਣਾਉਂਦੇ ਸੀ, ਅਸੀਂ ਵੇਖ ਕੇ ਅਸੀਂ ਆਪ ਸਿੱਖੇ। ਵੇਖ ਲੈਣਾ ਫਿਰ ਚੀਜ਼ ਬਣਾਉਣੀ ਆਸਤਾ ਆਸਤਾ। ਇੱਕ ਵਾਰ ਨਾ ਬਣੇ, ਦੂਜੀ ਵਾਰ ਨਾ, ਤੀਜੀ ਵਾਰ ਕਾਮਯਾਬੀ ਮਿਲਦੀ ਹੀ ਮਿਲਦੀ। ਮਿਹਨਤ ਕਰਨ ਦਾ ਫਲ ਜ਼ਾਇਆ ਨਹੀਂ ਹੁੰਦਾ। ਬਿਲਕੁਲ ਉਹ ਕਾਮਯਾਬ ਹੋ ਜਾਂਦਾ। ਕੁਛ ਵੀ ਕਰ ਲਓ, ਸਭ ਕੁਝ ਠੀਕ ਹੋ ਜਾਂਦਾ। ਸਿਰਫ ਮਨ ਪੱਕਾ ਰੱਖੋ, ਮਨ ਤਾਂ ਬਣੇਗਾ ਤੁਸੀਂ ਕਿਤੇ ਵੀ ਕਿਤੇ ਪਹੁੰਚ ਜਾਓਗੇ। ਟਾਈਮ ਦਾ ਕੋਈ ਨਹੀਂ ਕਹਿ ਸਕਦਾ ਕੁਛ ਵੀ,
ਵੀ ਹੁਣ ਉਹ ਵੱਡੇ ਹੀ ਹੋ ਗਏ ਜਾਂ ਕੁਛ ਹੋਵੇ, ਨਹੀਂ, ਜਿਸ ਨੇ ਕਰਨਾ ਹੋਵੇ ਕਰੋ। ਮੈਨੂੰ ਮੌਕਾ ਨਹੀਂ ਮਿਲਿਆ। ਤਰਨ ਤਾਰਨ ਛੋਟੀ ਜਗ੍ਹਾ ਸੀ, ਉੱਥੇ ਕੋਈ ਸਕੂਲ ਨਹੀਂ ਸੀ। ਅੱਛਾ। 8ਵੀਂ ਤੱਕ ਛੋਟੀ ਜਗ੍ਹਾ ਸੀ ਪਹਿਲਾਂ। ਹੁਣ ਤਾਂ ਬਹੁਤ ਫਰਕ ਪੈ ਗਿਆ। ਗੁਰਦੁਆਰਾ ਬੜਾ ਵੱਡਾ, ਤੁਸੀਂ ਕਦੇ ਪਤਾ ਨਹੀਂ ਦੇਖਿਆ ਕਿ ਨਹੀਂ? ਹਾਂਜੀ ਹਾਂ, ਮੈਂ ਦੇਖਿਆ ਨਾ, ਬੜਾ ਵੱਡਾ ਗੁਰਦੁਆਰਾ। ਇੱਕ ਰਾਉਂਡ ਮੀਲ ਦਾ ਰਾਉਂਡ ਹੈ। ਹਾਂਜੀ। ਹਾਂ, ਉੱਥੇ ਜਾਣਾ ਹੁੰਦਾ। ਅੱਛਾ। ਸਾਰੇ ਸ਼ਹਿਰ ਦੇ ਬੰਦਿਆਂ ਨੂੰ ਕੰਮ ਨਾਲ ਸਵੇਰੇ ਉੱਠ ਕੇ ਪਹਿਲੇ ਨਹਾ ਧੋ ਕੇ ਤਿਆਰ ਹੋ ਕੇ ਦਰਬਾਰ ਸਾਹਿਬ, ਫਿਰ ਆਪੋ ਆਪਣੇ ਖਾ ਪੀ ਕੇ ਕੰਮ ਕਰ। ਸਾਡੇ ਕਾਰਖਾਨੇ ਸਨ ਕਪਾਹ ਦੇ। ਅੱਛਾ। ਬੜੇ ਵੱਡੇ ਕਾਰਖਾਨੇ ਉਹ ਚਲਾਉਂਦੇ ਸੀ, ਪਰ ਆਪਣੇ ਬੱਚਿਆਂ ਨੂੰ ਉਹਨੇ ਬਾਜ਼ਾਰੀ ਚੀਜ਼ ਕਦੀ ਨਹੀਂ ਖਵਾਈ। ਘਰ ਬਣਾਉਂਦੇ ਸੀ, ਸਾਨੂੰ ਵੀ ਉਹੀ ਆਦਤ ਪਈ। ਅੱਛਾ। ਅਸੀਂ ਆਪਣੇ ਬੱਚਿਆਂ ਨੂੰ ਆਪ ਬਣਾ ਕੇ ਜੋ ਚਾਹੁੰਦੇ ਉਹਨਾਂ ਨੂੰ ਕੁਛ ਨਹੀਂ ਬਾਜ਼ਾਰ ਦੀ ਚੀਜ਼। ਹੁਣ ਵੀ ਕਾਲਜ ਹਰ ਚੀਜ਼ ਕਰ। ਅੱਛਾ। ਸਭ ਚੀਜ਼ ਕਰ। ਨਹੀਂ, ਜਿਸ ਵੇਲੇ ਕੰਮ ਨਾ ਹੋਵੇ ਕੋਈ, ਖਰਬੂਜੇ ਨੇ ਉਹਦੇ ਬੀਜ ਕੱਢਦੀ। ਅੱਛਾ। ਉਹ ਬੀਜ ਕੱਢ ਕੇ ਸਰਦੀਆਂ 'ਚ ਬੇਸਣ ਦੀ ਬਰਫੀ ਬਣਾਉਣੀ। ਅੱਛਾ। ਸ਼ਰਬਤ ਬਣਾਉਣੀ, ਬਦਾਮਾਂ ਹੁੰਦਾ ਉਹਦੇ 'ਚ ਪਾਣੀ। ਬੱਚਿਆਂ ਨੂੰ ਜਿੰਨੀ ਬਣਾਉਣੀ ਉਹ ਦੁੱਧ 'ਚ ਸਬਜ਼ੀ ਸਭ 'ਚ ਪਾ ਕੇ ਬਣਾ ਕੇ ਦਿੰਦੇ। ਉਹ ਇਹਨਾਂ ਨੂੰ ਆਦਤ ਪੈ। ਅੱਛਾ। ਇਹ ਬੂਟਾ ਟੰਜਰੀਨ ਦਾ। ਅੱਛਾ। ਇਹਦਾ ਪੀਲੀਆਂ ਹੁੰਦੀਆਂ ਇੱਧਰ ਸਾਈ ਹੁੰਦਾ। ਹਾਂਜੀ ਹਾਂ। ਤੇ ਇਹਦਾ ਸ਼ਰਬਤ ਬਣਾਉਣਾ। ਅੱਛਾ। ਟੰਜਰੀਨ ਦੀ ਸਕੈਚ ਬਣਾਈ, ਉਹਦੇ ਛਿਲਕੇ ਦਾ ਮਾਰਮੇਟ ਬਣਾਇਆ। ਅੱਛਾ। ਉਹਦਾ ਮਾਰਮੇਟ ਬਣਾਇਆ, ਚਟਨੀ ਬਣਾਈ, ਟਮਾਟਰਾਂ ਦੀ ਬਣਾਈ, ਅੰਬ ਦੀ ਬਣਾਈ, ਤੇ ਮੈਂ ਭੁੱਲ ਜਾਂਦੀ। ਬੀਜੀ, ਤੁਸੀਂ ਹੁਣ 96 ਸਾਲਾਂ ਦੇ ਹੋ, ਤੁਹਾਨੂੰ ਤੁਹਾਡਾ ਬਚਪਨ ਯਾਦ ਆ ਸਾਰਾ? ਬਿਲਕੁਲ। ਤੁਸੀਂ ਕਿੰਨੇ ਭੈਣ ਭਰਾ ਸੀਗੇ? ਅਸੀਂ 6 ਭੈਣਾਂ ਸੀ, 2 ਭਰਾ, ਸਾਰਿਆਂ ਨੂੰ ਛੋਟੇ ਭੈਣ। ਤੁਸੀਂ 8 ਭੈਣ ਭਰਾ ਸੀਗੇ? 8 ਭੈਣ ਭਰਾ ਸੀ, ਮਾਂ ਬਾਪ। ਅੱਛਾ। ਅੱਗੇ ਉਸ ਆਪਣੇ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀ। ਅਸੀਂ ਸਾਰੇ ਵੱਡੇ ਸਾਂ ਫੈਮਿਲੀ 'ਚ। ਅੱਛਾ। ਤੇ ਉਹ ਬਾਕੀ ਚਾਚੇ ਸਭ ਛੋਟੇ ਸੀ। ਸਾਡੇ ਫਾਦਰ ਨੇ 13 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 13 ਸਾਲ ਦੀ ਉਮਰ 'ਚ? ਅੱਛਾ। ਉਹਨਾਂ ਨੇ ਸਾਰੇ ਭੈਣ ਭਰਾਵਾਂ ਨੂੰ ਜਿੰਨਾ ਪੜ੍ਹ ਸਕਦੇ ਮੌਕਾ ਮਿਲਦਾ ਰਿਹਾ, ਉਹਨਾਂ ਨੇ ਪੜ੍ਹਾਇਆ। ਉਦੋਂ ਜਿਹੜੀ ਲਿਖਾਈ ਹੁੰਦੀ ਸੀ ਨਾ, ਹਿਸਾਬ ਕਿਤਾਬ ਲੰਡਿਆਂ 'ਚ ਹੁੰਦਾ ਸੀ। ਅੱਛਾ। ਉਦੋਂ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਰਜਿਸਟਰ ਨਹੀਂ ਹੁੰਦੇ, ਉਦੋਂ ਬਹੀਆਂ ਹੁੰਦੀਆਂ ਸੀ। ਅੱਛਾ। ਵੱਡੀਆਂ ਉਸ ਦੇ ਹਿਸਾਬ ਕਿਤਾਬ ਮਨੀਮ ਰੱਖਿਆ ਹੁੰਦਾ ਸੀ ਹਿਸਾਬ ਕਿਤਾਬ। ਤੇ ਉਹ ਉਦੋਂ ਉਹੀ ਚੱਲਦੀਆਂ ਸੀ। ਸਾਡੇ ਪਿਤਾ ਜੀ ਨੇ ਸਾਨੂੰ ਜਿੰਨਾ ਕੁ ਉੱਥੇ ਐਜੂਕੇਸ਼ਨ ਸੀ ਉਨੀ ਦਿੱਤੀ। ਅੱਛਾ। ਬਾਹਰ ਨਹੀਂ ਸੀ ਕੁੜੀਆਂ ਨੂੰ ਭੇਜਦੇ। ਘਰ ਵਿੱਚ ਬੈਠ ਕੇ ਜੋ ਮਰਜ਼ੀ ਸਿੱਖ ਲਓ, ਜੋ ਮਰਜ਼ੀ ਕਰ ਲਓ। ਅੱਗੇ ਸਿਰ ਤੇ ਨੰਗਾ ਵੀ ਨਹੀਂ ਸੀ ਕਰਦੀ। ਤੁਹਾਡਾ 1926 ਦਾ ਜਨਮ ਹੈ ਨਾ? ਤੁਹਾਨੂੰ ਤਾਂ ਸਾਰਾ ਜਾਣ। ਕਿਸੇ ਨੇ ਲਿਖਿਆ ਹੋਇਆ ਸੀਗਾ ਤੁਹਾਡੇ ਬਾਰੇ, ਮੈਂ ਪੜ੍ਹਿਆ। ਹਾਂਜੀ। ਤੇ ਫਿਰ ਬੀਜੀ ਤੁਸੀਂ ਪੜ੍ਹੇ? ਹਾਂਜੀ। ਤੁਸੀਂ ਪੜ੍ਹੇ ਮੌਕਾ ਹੀ ਨਹੀਂ ਮਿਲਿਆ। ਨਹੀਂ ਪੜ੍ਹੇ? ਨਾ। ਅੱਛਾ। ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਫਿਰ ਕਰੋ ਕਰਦਾ ਵਿੱਚ ਇਨ-ਲॉज ਵਾਲੀ ਮੈਂ ਵੀ ਵੱਡੀ ਫੈਮਿਲੀ ਸੀ, ਉਹ ਵੀ ਪਾਕਿਸਤਾਨ ਤੋਂ ਆਏ ਸੀ। ਅੱਛਾ। ਮੇਰਾ 16 ਸਾਲ ਤੋਂ ਬਾਅਦ ਵਿੱਚ ਆਏ ਪਿਸ਼ਾਵਰ ਤੋਂ ਫੈਮਿਲੀ ਪਿੰਡ। ਤੇ ਉਹਨਾਂ ਨੂੰ ਵੀ ਟੱਬਰ ਵੱਡਾ ਸੀ। ਮੈਂ ਜਦੋਂ ਸ਼ਾਦੀ ਕੀਤੀ, ਮੇਰਾ 1.5 ਸਾਲ ਦਾ ਸਾਰਿਆਂ ਤੋਂ ਛੋਟਾ ਦਿਓਰ ਸੀ। ਅੱਛਾ। ਜਦੋਂ ਤੁਸੀਂ ਵਿਆਹ ਕੇ ਸਭ ਤੋਂ ਛੋਟਾ ਦਿਓਰ 1.5 ਸਾਲ ਦਾ ਸੀ? 1.5 ਸਾਲ। ਅੱਛਾ। ਇਹ ਸਾਰੇ 11 ਭੈਣ ਭਰਾ ਸੀ। ਅੱਛਾ। ਤੇ ਮਾਂ ਬਾਪ ਤੇ ਸਾਰੇ ਇਹ ਇਕੱਠੇ ਸਨ। ਠੀਕ ਹੈ। 2 ਉੱਪਰ ਹੇਠਾਂ ਘਰ ਸੀ, ਥੱਲੇ ਇਹਨਾਂ ਦਾ ਚਾਚਾ ਜੀ ਰਹਿੰਦੇ ਤੇ ਉੱਪਰ ਅਸੀਂ। ਜਦੋਂ ਫਿਰ ਬੇਟੇ ਬਦਲੀਆਂ ਹੁੰਦੀਆਂ ਜੀ, ਫਿਰ ਬਾਹਰ ਜਾਂਦੇ ਸ਼ਾਦੀ ਤੋਂ। ਪਰ ਇਹ ਹੈ ਮੈਂ ਉੱਥੇ ਵੀ ਆਪਣਾ ਸਾਰਾ ਕੰਮ। ਅੱਛਾ। ਸਾਰਾ ਉਹਨਾਂ ਨੂੰ ਬਣਾ ਕੇ ਖਵਾਉਣਾ ਤੇ ਆਪ ਵੀ। ਤੁਸੀਂ ਤੁਹਾਡੇ 8 ਭੈਣ ਭਰਾਵਾਂ 'ਚ ਕੋਈ ਨਹੀਂ ਸੀ ਪੜ੍ਹਿਆ ਉਸ ਟਾਈਮ? ਨਹੀਂ ਬੇਟਾ, ਕੋਈ ਵੀ ਨਹੀਂ ਹੈ ਹੀ ਨਹੀਂ।
ਅੱਛਾ ਜਦੋਂ ਪਾਰਟੀਸ਼ਨ ਹੋਈ ਹਾਂਜੀ ਉਦੋਂ ਮੇਰੀ ਦੋ ਭੈਣਾਂ, ਇੱਕ ਭੈਣ ਮੇਰੀ ਕਾਲਜ ਜਾਂਦੀ, ਵੱਡੀ ਭੈਣ ਦੇ ਕੋਲ ਠਹਿਰੀ। ਇੱਕ ਭੈਣ ਮੇਰੀ ਘਰ ਹੀ ਪੜ੍ਹਦੀ ਸੀ, ਉਹ ਅੰਮ੍ਰਿਤਸਰ ਨੂੰ ਧਿਆਨ ਦੇਣ ਜਾਣਾ ਪੈਂਦਾ ਸੀ 8ਵੀਂ ਅੱਛਾ 8ਵੀਂ ਦਿਨ ਤਾਂ ਉਦੋਂ ਹੁੰਦੀ ਸੀ, ਰਸੋਈ ਵੀ ਕਰਨੀ, ਲਾਂਡਰੀ ਵੀ ਕਰਨੀ, ਸਭ ਕੁਝ ਕਰਨਾ, ਸਾਰਾ ਕੁਝ ਸਿਖਾਉਂਦੇ ਸੀ। ਹਫਤੇ 'ਚ ਇੱਕ ਵਾਰ ਸ਼ਨੀਚਰ ਤੇ ਉਹ ਸਿਖਾਉਂਦੇ, ਪਰ ਹੁਣ ਤਾਂ ਹੈ ਨਹੀਂ ਨਾ, ਹੁਣ ਤਾਂ ਜੋ ਵੀ ਤੇ ਉਹ ਸਭ ਕੁਝ ਸਿਖਾਉਂਦੇ ਸੀ, ਸਾਰਾ ਸਮਾਨ ਚੁੱਕ ਕੇ ਲੈ ਕੇ ਜਾਂਦੇ ਸੀ। ਅੱਛਾ ਸਕੂਲ ਲੈ ਕੇ ਜਾਣਾ, ਉੱਥੇ ਬਣਾ ਕੇ ਇੱਕ ਟੀਚਰ ਵੱਖਰੀ ਹੁੰਦੀ ਸੀ, ਅੱਛਾ ਉਹਨਾਂ ਨੇ ਸਭ ਕੁਝ ਸਿਖਾਉਂਦੀ ਸੀ। ਫਿਰ ਘਰ ਚ ਚੀਜ਼ਾਂ ਚੁੱਕ ਕੇ ਜੋ ਬਣਾਉਣਾ, ਉਹਨਾਂ ਨੇ ਕਹਿਣਾ ਘਰਦਿਆਂ ਨੂੰ ਸਾਨੂੰ ਦਿਖਾਓ ਕੀ ਬਣਿਆ, ਪਤਾ ਲੱਗੇ ਬਣਾਉਣਾ ਜਿਸ ਤਰ੍ਹਾਂ ਬਣਾਈਆਂ ਘਰ ਵਿੱਚ ਆਦੀ ਹੋਵੇ, ਆਦਮੀ ਉਹੀ ਚੀਜ਼ ਬਣਾਉਂਦਾ, ਉਹ ਬਣਾਉਂਦੇ ਬਣਾ ਆਹਿਸਤਾ ਆਹਿਸਤਾ। ਫਿਰ ਸ਼ਾਦੀ ਤੋਂ ਬਾਅਦ ਕਰੋਗੀ, ਫਿਰ ਸਾਰੇ ਕੰਮ ਕਰ, ਪ੍ਰੈਸ ਵੀ ਕਰ ਲੈਣੀ, ਵਾਸ਼ਿੰਗ ਵੀ ਕਰ ਲੈਣੀ, ਸਟਿਚਿੰਗ ਵੀ ਕਰਨੀ, ਜੋ ਜ਼ਿੰਦਗੀ ਦਾ ਜੋ ਕੰਮ ਹੈ ਸਾਰਾ ਕੀਤਾ। ਅੱਛਾ ਕੋਈ ਕੰਮ ਐਸਾ ਨਹੀਂ ਜਿਹੜਾ ਮੈਂ ਛੱਡਿਆ, ਸਭ ਕੁਝ ਬੜੇ ਸ਼ੌਕ ਨਾਲ ਕਰ। ਅੱਛਾ ਸਾਰੇ ਖੁਸ਼ ਸਨ, ਧੋਬੀ ਦੀ ਲੋੜ ਨਹੀਂ ਸੀ ਪਈ ਕਦੀ, ਪ੍ਰੈਸ ਦੀ ਸਾਰਾ ਆਪਣੇ ਆਪ ਚ ਕਰਨਾ ਸੀ। ਅੱਗੋਂ ਬੱਚਿਆਂ ਨੂੰ ਵੀ ਆਦਤਾਂ ਪੈ ਗਈਆਂ, ਮੈਂ ਕਰਾਂਗੀ ਤਾਂ ਬੱਚੇ ਕਰਨਗੇ, ਤੇ ਮੈਂ ਕੁਛ ਨਾ ਕੀਤਾ ਤੇ ਬੱਚੇ ਵੀ ਉਦੋਂ ਸੁਸਤੀ ਚ ਮਾਰਦੇ, ਪਹਿਲੇ ਗੱਪਾਂ ਮਾਰਨੀਆਂ। ਹਾਂ ਨਹੀਂ, ਜਿਹੜਾ ਵਿਹਲਾ ਬਹਿਣਾ ਇਨਸਾਨ ਦਾ ਨਾ, ਉਹ ਬਹੁਤ ਮਾੜਾ, ਬਿਮਾਰੀ ਦਾ ਘਰ, ਸੁਸਤੀ ਆਉਂਦੀ, ਹਿੰਮਤ ਹਾਰ ਜਾਂਦਾ, ਉਦੋਂ ਉਹਦੇ ਚ ਰਹਿੰਦਾ। ਜੇ ਤੁਸੀਂ ਸ਼ੁਰੂ ਤੋਂ ਹੀ ਆਦਤ ਬੱਚੇ ਨੂੰ ਪਾਓਗੇ ਵੀ ਹਿੰਮਤ ਕਰੋ, ਹਰ ਟਾਈਮ ਦੇ ਮੁਤਾਬਕ ਆਪਣਾ ਕੰਮ ਕਰੋ, ਪੜ੍ਹਾਈ ਵੀ ਕਰਨੀ ਹੈ ਜ਼ਰੂਰੀ, ਕੰਮ ਵੀ ਸਿੱਖਣਾ, ਖਾਣਾ ਵੀ ਬਣਾਉਣਾ, ਹਰ ਇੱਕ ਨਾਲ ਗੱਲਬਾਤ ਵੀ ਕਰਨੀ, ਸਾਰਾ ਡਿਸਿਪਲਿਨ ਆਉਣਾ, ਸਭ ਬੱਚੇ ਸਭ ਕੁਝ ਕਰਦੇ। ਬਹੁਤ ਇਹਨਾਂ ਨੇ ਮੌਕੇ 'ਤੇ ਬਹੁਤ ਕੁਛ ਬਣ ਗਏ, ਸਭ ਕੁਝ ਪੜ੍ਹਾਇਆ। ਅੱਛਾ ਬੱਚਿਆਂ ਨੂੰ ਤਾਂ ਐਜੂਕੇਸ਼ਨ ਪੂਰੀ, ਜਿੱਥੇ ਜਿੱਥੇ ਜਾਂਦੇ ਨੇ ਬਦਲੀਆਂ ਹੁੰਦੀਆਂ ਨੇ, ਕੋਈ ਨਾ ਕੋਈ ਕਾਲਜ ਅੱਛੇ ਦਿੰਦੇ। ਵਿਜੇ, ਜਿਵੇਂ ਤੁਹਾਡੇ ਭੈਣ ਭਰਾਵਾਂ 'ਚੋਂ ਕੋਈ ਹੋਰ ਹੈਗੇ ਨੇ ਇਸ ਟਾਈਮ? ਨਹੀਂ, ਤੁਸੀਂ ਸਾਰੀਆਂ ਭੈਣਾਂ ਤੋਂ ਛੋਟੇ ਸੀਗੇ ਜਾਂ ਮੈਂ ਵੱਡੇ ਸੀਗੇ? ਚੌਥੇ ਨੰਬਰ 'ਤੇ ਸੀ। ਅੱਛਾ ਜੀ, ਚੌਥੇ, ਸਾਰਿਆਂ ਤੋਂ ਵੱਡੇ, ਉਹ ਬੜੇ ਲਾਇਕ ਸੀ। ਅੱਛਾ ਤੇ ਦੂਜੇ ਵਾਲੇ ਉਹ ਠੀਕ ਸੀ। ਉਹ ਜਿਹਨਾਂ ਨੂੰ ਕਹਿਣਾ ਵੀ ਤੁਸੀਂ ਕੱਪੜੇ ਆਪਣੇ ਸਟਿਚ ਕਰਕੇ ਦੇਖੋ ਸਹੀ, ਕਹਿੰਦੀ ਕਿਉਂ ਦਰਜੀ ਮਰ ਗਏ। ਅੱਛਾ ਪਰ ਉਹ ਨਹੀਂ ਉਹਨਾਂ ਨੂੰ ਪਸੰਦ ਨਹੀਂ ਸੀ। ਅੱਛਾ ਉਹ ਦਰਜੀ ਕੋਲ ਸਵਾ ਕੇ ਕੁਛ, ਅੱਛਾ ਉਹ ਆਰਾਮ ਪ੍ਰਸਤ ਜ਼ਿਆਦਾ ਸੀ, ਅੱਛਾ ਪਰ ਕੰਮ ਤਾਂ ਸਾਰੇ ਹਾਂ, ਆਪਣੇ ਘਰ ਜਾ ਕੇ ਸਭ ਕੁਝ ਕੀਤਾ। ਅੱਛਾ ਉਹ ਪਾਰਟੀਸ਼ਨ ਨੇ ਮਾਰ ਦਿੱਤਾ ਉਹਨਾਂ ਨੂੰ, ਪਾਰਟੀਸ਼ਨ ਨੇ ਉਹਨਾਂ ਦਾ ਬਹੁਤ, ਇੱਥੇ ਫਰੀਦ ਦੇ ਚੌਂਕ 'ਚ ਰਹਿੰਦੇ ਸੀ ਅੰਮ੍ਰਿਤਸਰ, ਬੜਾ ਨੁਕਸਾਨ ਹੋਇਆ। ਅੱਛਾ ਘਰ ਵਿੱਚ ਅੱਗ ਲਾਤੀ, ਸਭ ਕੁਝ ਮੁਸਲਮਾਨਾਂ ਨੇ, ਪਿਛਲੇ ਪਾਸੋਂ ਕਿਸੇ ਨੇ ਪਾਣੀ ਪਾ ਕੇ ਘਰ ਦੀ ਅੱਗ ਬੁਝਾਈ। ਅੱਛਾ ਇਹਨਾਂ ਦੇ ਸਹੁਰੇ ਨੂੰ ਸੱਟਾਂ ਲਗਾ ਗਏ। ਮੇਰੀ ਭੈਣ ਇਹਨਾਂ ਕੋਲ ਰਹਿੰਦੀ ਸੀ, ਉਹਦੇ ਕੱਪੜੇ ਲੁੱਟੇ ਗਏ, ਮੇਰੀ ਭੈਣ ਦੇ ਲੁੱਟੇ ਗਏ, ਕੋਈ ਗਹਿਣਾ ਗੁਣਾ ਜੋ ਵੀ ਹੈ, ਤੇ ਉਹ ਨੁਕਸਾਨ ਉਹ ਘਰ ਹੀ ਆ ਗਈ। ਫਿਰ ਮੌਕਾ ਕਿੱਥੋਂ ਮਿਲਣਾ। ਬਿਲਕੁਲ। ਫਿਰ ਇੱਕ ਨੇ ਪ੍ਰਾਈਵੇਟ ਖੋਲ੍ਹਿਆ ਸੀ ਕਿਸੇ ਨੇ, 10ਵੀਂ ਸਕੂਲ ਦਾ, ਬਾਬਾ ਜੀ ਸਿਆਣੇ ਬਜ਼ੁਰਗ ਆਦਮੀ ਸੀ, ਬਹੁਤ ਨੇਕ ਬੰਦੇ ਸੀ, ਉਹਨੇ ਪ੍ਰਾਈਵੇਟ ਸਕੂਲ ਖੋਲ੍ਹਿਆ, ਉੱਥੇ ਬੱਚਿਆਂ ਨੇ ਕਈਆਂ ਨੇ 10ਵੀਂ ਕੀਤੀ। ਅੱਛਾ ਉੱਥੇ ਉਹਨੇ ਕਰਾਇਆ। ਠੀਕ ਹੈ। ਮੇਰੀ ਭੈਣ ਨੇ ਉੱਥੇ 10ਵੀਂ ਕਰ ਲਈ, ਪਰ ਛੋਟੀ ਭੈਣ ਨੇ ਇੰਨਾ ਡਿਪਰੈਸ਼ਨ ਆਇਆ ਕਿ ਉੱਥੋਂ ਵਾਪਸ ਆਉਂਦੀ ਨਹੀਂ, ਰਸਤੇ ਕਿ ਲੋਕੀ ਵੱਡੇ ਕੁੱਤੇ ਦੇਖੇ ਤੇ ਉਹ ਡਿਪਰੈਸ਼ਨ 'ਚ ਅੱਛਾ ਉਹ ਨਹੀਂ ਬਰਦਾਸ਼ਤ ਕਰ ਸਕੀ। ਫਿਰ ਉਹਨੇ ਨਹੀਂ ਕੀਤਾ, ਉਹਨੇ ਵੀ ਹੱਥ ਦੀ ਸਿਲਾਈ ਸੀ, ਅੱਛਾ ਬਹੁਤ ਕੰਮ। ਤੇ ਇਸ ਤਰ੍ਹਾਂ ਸਾਰੀਆਂ ਭੈਣਾਂ ਆਪਣੀਆਂ, ਆਹਿਸਤਾ ਆਹਿਸਤਾ ਸ਼ਾਦੀ ਹੁੰਦੀ ਗਈ, ਚੱਲ ਸਭ ਚੱਲ, ਸਭ ਆਪਣੀ ਗੱਲ ਠੀਕ। ਤੇ ਇੱਧਰ ਵੀ ਟੱਬਰ ਸਿਆਣਾ ਹੁੰਦਾ ਗਿਆ, ਇੱਕ ਦੂਜੇ ਦਾ ਫਰਕ ਨਹੀਂ। ਉਹ ਵੀ ਸਾਰਾ ਜਿੰਨਾ ਪੜ੍ਹ ਸਕਦੇ, ਕੁਝ ਪੜ੍ਹੇ ਸੀ, ਕੁਝ
ਪੜ੍ਹ ਸਕਦੇ, ਸਾਰਿਆਂ ਨੇ ਪੜ੍ਹਿਆ, ਬੜੀ ਅੱਛੀਆਂ ਜੌਬ ਮਿਲ ਗਈ। ਹੂੰ ਐਜੂਕੇਸ਼ਨ ਜਿੰਨੀ ਲੈ ਸਕੇ, ਜਿੰਨਾ ਮੌਕਾ ਮਿਲਿਆ, ਕੁਝ ਉਹਨਾਂ ਦੀ ਆਪਣੀ ਹਿੰਮਤ ਹੈ ਹੂੰ ਤੇ ਉਹਨਾਂ ਨੇ ਆਪ ਕੀਤਾ। ਸਭ ਨੇ ਮਕਾਨ ਵੀ ਬਣਾਏ ਤੇ ਸਾਰੇ ਸੁੱਖ ਆਪਣੇ ਲਈ ਬਣਾਏ, ਹੂੰ ਸਭ ਕੁਝ ਠੀਕ ਹੋ ਗਿਆ। ਹੁਣ ਸਾਰੇ ਆਪੋ ਆਪਣੀ ਜਗ੍ਹਾ, 3-4 ਜਣੇ ਤਾਂ ਕੈਨੇਡਾ ਬੈਠੇ, ਅੱਛਾ ਸਾਰੇ ਚਲੇ ਗਏ, ਬੜੇ ਅੱਛੇ ਨੇ, ਖੁਸ਼ ਹਨ ਇਸ ਠੀਕ ਇਸ ਜ਼ਿੰਦਗੀ ਵਿੱਚ। ਉਹ ਪਰ ਇਹ ਹੈ ਮੇਰੇ ਨਾਲ ਪਿਆਰ ਬੜਾ, ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਬਹੁਤ ਪਿਆਰ ਸੀਗਾ। ਬਹੁਤ। ਅੱਛਾ ਸਾਰੇ ਸਾਡੀਆਂ ਭੈਣਾਂ ਸਾਰਿਆਂ 'ਚ ਆਪਸ 'ਚ ਅੱਛਾ ਕੋਈ ਨਹੀਂ ਕਿਸੇ ਨਾਲ ਇੱਕ ਦੂਜੀ ਨਾਲ। ਹੂੰ ਤੇ ਜਦੋਂ ਅੱਗੋਂ ਇਨਲਾਜ ਦੇ ਜਿੰਨੀ ਉਹ ਮੇਰੀ ਰਿਸਪੈਕਟ ਕਰਦੀ ਉਹ ਕਿਸੇ ਹੂੰ ਹੂੰ ਮੈਨੂੰ ਵੀ ਪਿਆਰ ਆਉਂ ਜਿਸ ਨਾਲ ਆਪਣੇ ਬੱਚੇ ਨੂੰ ਪਿਆਰ, ਉਹ ਸਾਰੇ ਹੁੰਦੇ ਹੂੰ ਠੀਕ। ਪਰ ਮੇਰੀ ਜ਼ਿੰਦਗੀ ਬੜੇ ਆਰਾਮ ਦੀ ਬੀਤੀ, ਸਿੰਪਲ ਗੁਜ਼ਰੀ। ਹਰ ਕੰਮ ਕੀਤਾ, ਹਰ ਕੰਮ ਸਿੱਖਿਆ, ਹੂੰ ਚਾਹਿਆ, ਮਨ ਦਾ ਸ਼ੌਕ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ, ਹੂੰ ਸਿਰਫ ਐਜੂਕੇਸ਼ਨ ਦੀ ਕਮੀ ਕਰਕੇ। ਫਿਰ ਇਹ ਦਿਲ 'ਚ ਖਿਆਲ ਆਉਂਦਾ ਸੀ ਕਿ ਵੀ ਕੁਛ ਅਸੀਂ ਵੀ ਬਣੇ ਹੁੰਦੇ, ਜਿਸ ਤਰ੍ਹਾਂ ਅੱਜ ਕੱਲ੍ਹ ਮਾਹੌਲ ਹੈ ਕਿ ਬੱਚੇ ਕੁੜੀਆਂ ਸਾਰੀਆਂ ਬੜੀਆਂ ਸਿਆਣੀਆਂ, ਹਾਂ ਸਾਨੂੰ ਮੌਕਾ ਨਹੀਂ ਮਿਲਿਆ, ਕੁਛ ਨਹੀਂ ਕਰ ਸਕਦੇ, ਜ਼ਿੰਦਗੀ ਐਵੇਂ ਹੀ ਚਲੀ ਗਈ। ਪਰ ਮਨ ਨੂੰ ਅਫਸੋਸ ਸੀ, ਪਰ ਇਹ ਦਿਲ ਕਰਦਾ ਸੀ। ਇੱਕ ਦਿਨ ਮੈਂ ਬੈਠੀ ਹੂੰ ਤੇ ਮੈਂ ਇੱਥੇ ਤੇ ਬੈਠੀ, ਮੈਂ ਕਿਹਾ ਬੇਟਾ ਬੱਚੇ ਸਾਰੇ ਚਲੇ ਗਏ ਸੀ, ਇਹ ਤਾਂ ਨਹੀਂ। ਅੱਛਾ, ਤੁਹਾਡੀ ਬੇਟੀ ਜਿਨ੍ਹਾਂ ਕੋਲ ਤੁਸੀਂ ਹੁਣ ਰਹਿ ਰਹੇ ਹੋ, ਰਵੀਨਾ ਜੀ। ਹਾਂ, ਤੇ ਫਿਰ ਮੈਂ ਕਿਹਾ ਬੇਟਾ ਮੈਂ ਇੱਕ ਗੱਲ ਕਰਾਂ, ਕਹਿੰਦਾ ਦੱਸੋ। ਤੇ ਮੈਂ ਕਿਹਾ ਮੇਰਾ ਦਿਲ ਨਹੀਂ ਲੱਗਦਾ, ਪਰ ਤੁਸੀਂ ਕੰਮਾਂ ਵਾਲੇ ਨੇ ਤਾਂ ਕੰਮ ਤਾਂ ਜਾਣਾ ਹੀ ਜਾਣਾ। ਤੇ ਮੈਂ ਤੁਸੀਂ ਵੀ ਬਿਜ਼ੀ ਹੋ, ਭਾਵੇਂ ਘਰ ਵਿੱਚ ਬੈਠੇ, ਪਰ ਬਿਜ਼ੀ ਐਉਂ ਲੱਗਦਾ ਵੀ ਘਰ ਵਿੱਚ ਨਹੀਂ, ਆਪਣੇ ਕੰਮ 'ਚ ਦਿਲ ਲੱਗਾ ਰਹੇ ਤੇ ਪਤਾ ਕੁਛ ਨਹੀਂ। ਉਹਨੂੰ ਮੈਂ ਕਿਹਾ ਮੈਂ ਕੀ ਕਰਾਂ, ਮੇਰਾ ਦਿਲ ਨਹੀਂ ਲੱਗਦਾ। ਕਹਿੰਦੀ ਤੁਸੀਂ ਸਾਰਾ ਕੰਮ ਕਰਦੇ ਤਾਂ ਰਹਿੰਦੇ ਆਪਣਾ। ਮੈਂ ਕਿਹਾ ਕੁਛ ਜਿਸ ਨੂੰ ਵਿਹਲੀ ਬੈਠਣੀ, ਫਿਰ ਮੇਰਾ ਦਿਲ ਕਰਦਾ ਮੈਂ ਕੀ ਕਰਾਂ। ਵਿਹਲੀ ਬਹਿਣਾ ਮੈਨੂੰ ਅੱਛਾ ਨਹੀਂ ਲੱਗਦਾ। ਅੱਛਾ ਮੈਨੂੰ ਬਿਮਾਰੀ ਦਾ ਘਰ ਲੱਗਦਾ ਤੇ ਮੁਥਾਬ ਜੀ ਮੈਨੂੰ ਮੌਤ ਉਹਨਾਂ ਨੂੰ ਬੜੀ ਭੈੜੀ ਲੱਗਦੀ। ਮੁਥਾਜੀ ਨਹੀਂ ਮੈਨੂੰ ਚੰਗੀ। ਬਿਲਕੁਲ, ਕਿਸੇ ਤੋਂ ਮੰਗਣਾ ਆਪਣੇ ਲਈ, ਹੈ ਨਾ। ਫਿਰ ਮੈਂ ਤਾਂ ਚਾਹੁੰਦੀ ਸਾਂ ਮੈਂ ਆਪਣੇ ਪੈਰਾਂ 'ਤੇ ਖੜੀ, ਆਪਣੀ ਕੋਈ ਨਾ ਕੋਈ ਕਮਾਈ ਕਰਨਾ। ਜਿਸ ਤੋਂ ਅੱਜ ਕੱਲ੍ਹ ਜ਼ਮਾਨਾ ਚੇਂਜ ਹੋ ਗਿਆ, ਉਹ ਜ਼ਮਾਨਾ ਨਹੀਂ ਰਿਹਾ। ਹੁਣ ਜ਼ਮਾਨੇ ਦਾ ਫਰਕ ਹੈ, ਪਤਾ ਲੱਗਦਾ ਵੀ ਕੀ ਉਹ ਜ਼ਮਾਨਾ ਨੂੰ ਦੇਖ ਕੇ ਕਹਿੰਦੇ ਸੀ ਵੀ ਅਸੀਂ ਵੀ ਕੁਛ ਨਾ ਕੁਛ ਕੀਤਾ ਹੁੰਦਾ, ਕੋਈ ਕੰਮ ਕੀਤਾ ਹੁੰਦਾ, ਕੋਈ ਪੜ੍ਹੇ ਹੁੰਦੇ, ਕਿਸੇ ਜਗ੍ਹਾ 'ਤੇ ਪਹੁੰਚਦੇ ਤਾਂ ਸਾਨੂੰ ਇਹ ਮੇਰੀ ਖਾਸ ਹੋਣ ਕਰਕੇ ਮੈਂ ਬੜੀ ਦੇਰ ਤੋਂ ਚਾਹੁੰਦੀ ਸੀ ਮੈਂ ਕੋਈ ਕੰਮ ਕਰਾਂ। ਮੈਂ ਕੋਈ ਨਾ 4 ਪੈਸੇ ਅਸੀਂ ਵੀ ਕਮਾ ਕੇ ਦੇਖੀਏ, ਕਿੰਨੀ ਕੁ ਖੁਸ਼ੀ ਹੁੰਦੀ ਆਪਣੀ ਕਮਾਈ ਵਿੱਚ। ਪਰ ਬੀਜੀ ਉਦੋਂ ਤੁਸੀਂ 90 ਸਾਲ ਦੇ ਸੀਗੇ, ਭਾਵੇਂ ਕੁਛ, ਪਰ ਮੇਰੇ 'ਚ ਹਿੰਮਤ ਬੜੀ। ਹਾਂ, ਪਰ ਤੁਹਾਨੂੰ ਐ ਨਹੀਂ ਲੱਗਿਆ ਵੀ ਮੇਰੇ ਦਿਮਾਗ 'ਚ ਖਿਆਲ ਤਾਂ ਆ ਗਿਆ, ਪਰ ਮੈਂ ਕਰੂੰਗੀ ਕੀ? ਨਹੀਂ, ਉਹ ਤਾਂ ਆਈਡੀਆ ਲਿੱਤਾ ਮੈਂ ਆਪਣੀ। ਇਹਨੂੰ ਮੈਨੂੰ ਕਿਹਾ ਆਉਂ ਕਰੋ ਮਾਮਾ, ਜੋ ਤੁਹਾਨੂੰ ਆਉਂਦਾ ਨਾ ਤੁਸੀਂ ਉਹ ਬਣਾ। ਉਹ ਬਣਾ ਕੇ ਤੇ ਅਸੀਂ ਇੱਥੇ ਔਰਗੈਨਿਕ ਮੰਡੀ ਉੱਥੇ ਜਾ, ਅਸੀਂ ਦੂਜੇ ਦਿਨ ਹੀ ਸਾਰਾ ਤਿਆਰੀ ਕਰ ਲਈ। ਟਮਾਟਰਾਂ ਦੀ ਚਟਨੀ ਬਣਾ ਲਈ, ਅੰਬ ਦੀ ਚਟਨੀ ਬਣਾ ਲਈ, ਅਚਾਰ ਬਣਾ ਲਿਆ, ਬੇਸਨ ਦੀ ਬਰਫੀ। ਗਰਮੀ ਬੜੀ ਸੀ, ਅਸੀਂ ਫਰਿੱਜ 'ਚ ਰੱਖ ਕੇ ਠੰਡੀ ਕੀਤੀ, ਠੰਡੀ ਕਰਕੇ ਕੱਟੀ ਤੇ ਛੋਟੇ ਛੋਟੇ ਪੈਕਟ ਬਣਾਏ। ਅੱਛਾ, ਜਿਹੜੇ ਵੀ ਕੋਈ ਲੈ ਸਕੇ। ਤੇ ਫਿਰ ਨਾਲ ਅਸੀਂ ਟਮਾਟਰਾਂ ਦੀ ਚਟਨੀ ਬਣਾਈ, ਉਹ ਵੀ ਇੱਕ ਸੈਂਪਲ ਵੱਖਰਾ ਰੱਖਿਆ ਸ਼ੀਸ਼ਿਆਂ ਤੋਂ ਇਲਾਵਾ। ਉਹ ਵੀ ਰੱਖਿਆ ਜਿਹੜਾ ਵੀ ਟੇਸਟ ਕਰ ਲਵੇ, ਖਾ ਕੇ ਦੇਖੇ ਤੇ ਉਹਨੂੰ ਚੰਗੀ ਲੱਗੀ ਤੇ ਚੰਗੀ ਲੱਗੀ। ਇਸ ਤਰ੍ਹਾਂ ਮੇਰੀਆਂ ਸਾਰੀਆਂ ਚੀਜ਼ਾਂ ਲੱਗ ਗਈਆਂ। ਤੁਸੀਂ ਕਿੰਨੇ ਪੈਸੇ ਕਮਾਏ ਸੀ ਉਸ ਦਿਨ? ਹਾਂਜੀ, ਕਿੰਨੇ ਪੈਸੇ ਕਮਾਏ ਸੀ? ਉਦੋਂ ਥੋੜੀ ਚੀਜ਼ ਸੀ, ਹਾਂ, ਸਾਰੀ ਥੋੜੇ ਦਿਨ ਤੋਂ ਬਣਾਈ ਸੀ, 2-2.5 ਹਜ਼ਾਰ ਤਾਂ ਬਣਿਆ ਹੀ ਹੋਏਗਾ। ਤੁਹਾਡੀ ਜ਼ਿੰਦਗੀ ਦੀ ਪਹਿਲੀ ਕਮਾਈ ਸੀ। ਹਾਂ, ਸਾਰੀ ਮੈਨੂੰ ਬੜੀ ਅੱਛੀ, ਬੜੀ ਖੁਸ਼ੀ ਹੋਈ। ਫਿਰ ਬਾਈ ਹਿੰਮਤ ਦਿੱਤੀ ਤੇ ਕੰਮ ਸ਼ੁਰੂ ਹੋਇਆ। ਇਹਨਾਂ ਨੇ ਪਲਾਨ ਕਰਤਾ
ਤੂੰ ਮੈਂ ਨਾਲ ਲੱਗ ਕੇ ਆਪਣੇ ਕੰਮ ਕਰ। ਉੱਥੇ ਉਹਨਾਂ ਨੇ ਜਾਣਦਿਆਂ ਮੰਡੀ ਵਾਲਿਆਂ ਨੇ ਬੜੀ ਅੱਛੀ ਤਰ੍ਹਾਂ ਵੈਲਕਮ ਕੀਤਾ, ਬੜੇ ਆਰਾਮ ਦੇ ਨਾਲ ਸਾਨੂੰ ਬਿਠਾ ਲਿਆ। ਕੁਛ ਟੇਬਲ ਕੁਰਸੀ ਦੇ ਕੇ ਸਮਾਨ ਰੱਖਣੀ ਸਾਰੀ ਸਭ ਕੁਛ ਬੜੀ ਅੱਛੀ ਤਰ੍ਹਾਂ ਅੱਛੀ और एक जनी ने 3-4 शीशियाँ अपने ਉਹਦੇ ਵਾਸਤੇ ਰੈਸਟੋਰੈਂਟ ਵਾਸਤੇ ਟਮਾਟਰ ਦੀ ਚਟਨੀ ਇਕੱਠੀਆਂ ਦੇ ਦਿੱਤੀਆਂ। 6-7 ਬਣਾਈਆਂ ਸੀ, ਬਾਕੀ ਵੀ ਨਹੀਂ। ਕਰ ਠੀਕ ਹੈ, ਮੈਨੂੰ ਬੜੀ ਅੱਛਾ ਲੱਗਾ, ਬੜੀ ਖੁਸ਼ੀ ਹੋਈ। ਵੀ ਅੱਗੋਂ ਫਿਰ ਮੁੜ ਕੇ ਘਰ ਆਈ ਹਾਂ ਮੇਰੇ ਬੱਚਿਆਂ ਨੇ, ਇਹ ਬੇਟੀ ਉਹ ਉਹਨਾਂ ਨੇ ਬੜਾ ਹੀ ਉਤਸ਼ਾਹ ਦਿੱਤਾ, ਨਾਨੀ ਅਸੀਂ ਤੁਹਾਡੇ ਨਾਲ, ਤੁਸੀਂ ਕਰਨਾ ਕੰਮ ਛੱਡਣਾ ਨਹੀਂ, ਜੋ ਉਹਨਾਂ ਕੁ ਤੁਸੀਂ ਉਹਨਾਂ ਕਰ ਸਕਦੇ ਕਰੋ। ਉਹਨਾਂ ਨੇ ਉਤਸ਼ਾਹ ਦਿੱਤਾ, ਉਹ ਆਪਣਾ ਕੰਮ ਕਰਦੇ ਰਹੇ, ਮੈਂ ਪਰ ਇਹ ਲਿਜਾਣ ਮਸਰ ਮੈਨੂੰ ਇਹ ਨਾਲ ਜਾਣ ਸਾਰਾ ਕੰਮ ਕਰਦੇ ਸਾਂ। ਫਿਰ ਮੇਰੀ ਆਪ ਕੰਮ ਮੇਰਾ ਇਹਨਾਂ ਨਾਲ ਸ਼ੁਰੂ ਹੋਇਆ। ਇਹਨਾਂ ਨੇ ਪਲਾਨ ਕਰਤਾ, ਮੈਂ ਸ਼ੁਰੂ ਫਿਰ ਸਾਰੇ ਜਣੇ ਅਸੀਂ ਕੋਈ ਬੱਚੇ ਬੜੇ ਖੁਸ਼ ਹੋਏ। ਬੀਜੀ ਜਿੱਦਣ ਤੁਹਾਡਾ ਤੁਸੀਂ ਪਹਿਲੀ ਵਾਰ ਆਪ ਕਮਾ ਕੇ ਲੈ ਕੇ ਆਈ ਸੀ, ਕੁਛ ਆਪਣਾ ਬਣਾਇਆ, ਹੱਥੀਂ ਚੀਜ਼ ਬਣਾਈ, ਵੇਚ ਕੇ ਤੁਸੀਂ ਪੈਸੇ ਕਮਾ ਕੇ ਲੈ ਕੇ ਆਏ ਸੀ, ਉਹ ਦਿਨ ਜਾਂ ਉਹ ਰਾਤ ਤੁਹਾਨੂੰ ਬਾਕੀ ਰਾਤਾਂ ਨਾਲੋਂ ਬਾਕੀ ਦਿਨਾਂ ਨਾਲੋਂ ਵੱਖਰੀ ਲੱਗੀ ਸੀ? ਉਹ ਦੱਸੋ ਕਿਵੇਂ ਮਹਿਸੂਸ ਕਰਦੇ ਸੀਗੇ ਤੁਸੀਂ? ਮੈਂ ਬੜੀ ਖੁਸ਼ ਸੀ, ਆਪਣੀ ਖੁਸ਼ੀ ਜ਼ਾਹਰ ਨਹੀਂ ਸੀ ਕਰ ਸਕਦੀ ਵੀ ਮੈਨੂੰ ਵੀ ਵਾਹਿਗੁਰੂ ਨੇ ਮੌਕਾ ਦਿੱਤਾ ਤੇ ਮੈਂ ਵੀ ਕੁਛ ਕਰਕੇ ਦੇਖੇ। ਤੇ ਮੈਨੂੰ ਕੁਛ ਕਾਮਯਾਬੀ ਸਿਰਫ ਮੇਰੀ ਆਪਣੀ ਹੱਡਾਂ ਦੀ ਮਿਹਨਤ, ਸੁਸਤੀ ਨਹੀਂ ਕੋਈ ਕਿਸੇ ਕਿਸਮ ਦੀ। ਮੈਂ ਕਦੀ ਮੈਂ ਉੱਠਣਾ ਵੀ ਕਰਦੀ, ਮੈਂ ਲੇਟ ਉੱਠਣ ਦੀ ਆਦਤ ਨਹੀਂ, ਮੈਂ ਸਵੇਰੇ ਅਰਲੀ ਉੱਠਦੀ ਤੇ ਉਹ ਰਾਤੀ ਵੀ ਸੌਣਾ ਮੈਂ ਆਪਣੇ ਟਾਈਮ ਦੇ। ਸਭ ਕੁਝ ਕਰਕੇ ਮੇਰੇ ਮਨ ਦੀ ਤਸੱਲੀ ਹੋਈ, ਅੱਜ ਇਹਨਾਂ ਕੱਲ ਤੋਂ ਇਸ ਤੋਂ ਦੂਰਾ ਵੀ ਹੋ ਸਕਦਾ। ਕਰਦਿਆਂ ਬਾਅਦ ਦਾ ਸ਼ੁਕਰ ਕੰਮ ਬੜਾ ਅੱਛਾ ਹੋ ਗਿਆ, ਬੱਚਿਆਂ ਨੇ ਨਾਲ ਸਾਥ ਦਿੱਤਾ। ਤੇ ਹੁਣ ਜਿਹੜਾ ਮੈਂ ਨਾਲ ਇਕੱਲੀ ਆਪੇ ਕਰਦੀ ਸਾਂ, ਹੁਣ ਥੋੜ੍ਹੀ ਹੈਲਪ ਲੈਣੀ ਹੁਣ ਜ਼ਰੂਰਤ ਵੀ ਸੀ, ਜ਼ਰੂਰਤ ਪੈਂਦੀ। ਹੁਣ ਮੇਰੇ ਕੋਲ ਖਲੋਤਾ ਨਹੀਂ ਜਾਂਦਾ, ਮੈਂ ਮੌਕੇ ਨਾਲ ਚੱਲਦੀ, ਕਦੀ ਕਿਸੇ ਨਾਲ ਕਦੀ ਕਿਸੇ ਨਾਲ। ਤੇ ਇਹ ਤਿੰਨ ਚੌਥੀ ਚੀਜ਼ ਬਦਲੀ, ਮੌਕਾ ਗੋਡਿਆਂ ਦਾ ਆਪਰੇਸ਼ਨ ਕਰਾਇਆ। ਉਹਨੇ ਚਾਲ ਨਹੀਂ, ਉਹਨੇ ਖਲੋ ਨਹੀਂ ਸਕਦੀ, ਤੁਰ ਨਹੀਂ ਸਕਦੀ, ਪਰ ਠੀਕ ਜਿੰਨੀ ਕੁ ਮੇਰੀ ਮੈਂ ਆਪਣਾ ਹਰ ਕੰਮ ਆਪਣੇ ਆਪ ਮੈਂ ਸਾਰਾ ਕਰਦਾ, ਟੋਟਲੀ ਕੰਮ ਕੀਤਾ। ਲੜਕੀਆਂ ਦੇ ਵਿਆਹਾਂ ਦੀਆਂ ਕੱਪੜੇ ਵੀ ਸੀਤੇ, ਦਾਜ ਦੇ ਕੱਪੜੇ ਸੀਤੇ, ਸਾਰੇ ਆਪਣੇ ਹੱਥੀਂ ਕਰਕੇ, ਆਪਣੇ ਕੰਮ ਕਰਕੇ, ਮਿਹਨਤ ਕਰਕੇ ਸਭ ਕੁਝ। ਕਿਸੇ को कोई शिकायत हो, किसी ने बना के वो खुआया पर किसी को करवाया करती थी। फिर ਹੁਣ मैं कहनी कि भी ਹੁਣ ਅੱਜ ਕੱਲ੍ਹ ਦਾ ਜ਼ਮਾਨਾ ਬਗੈਰ ਕੰਮ ਕੀਤੇ ਗੁਜ਼ਾਰਾ ਨਹੀਂ ਹੈ। ਬਿਲਕੁਲ ਮਿਹਨਤ ਕੀਤੇ ਬਗੈਰ ਕੋਈ ਨੂੰ ਫਲ ਨਹੀਂ ਮਿਲੇਗਾ। ਜੇ ਇਹ ਸ਼ੁਰੂ ਤੁਹਾਨੂੰ ਆਦਤ ਪਏਗੀ ਤੇ ਉਹ ਤਾਂ ਹੀ ਤੁਹਾਡੀ ਕਾਮਯਾਬੀ ਹੈ, ਤਾਂ ਹੀ ਤੁਸੀਂ ਅੱਗੇ ਵੱਧ ਸਕਦੇ। ਜੇ ਤੁਸੀਂ ਨਾ ਕੀਤਾ ਤੁਹਾਡੀ ਜ਼ਿੰਦਗੀ ਬਰਬਾਦ। ਹੁਣ ਇਹ ਹੈ ਨਾ, ਥੋੜ੍ਹੀ ਨਾਲ ਗੁਜ਼ਾਰਾ ਨਹੀਂ ਹੁੰਦਾ, ਮਨ ਦੀ ਤਸੱਲੀ ਨਹੀਂ ਹੁੰਦੀ। ਜਿਸ ਤਰ੍ਹਾਂ ਮਾਹੌਲ ਚੱਲ ਰਿਹਾ ਮਹਿੰਗਾਈ ਦਾ, ਪਰ ਇੱਕ ਬੰਦੇ ਦਾ ਗੁਜ਼ਾਰਾ। ਸੋ ਮਿਹਨਤ ਕੀਤੀ, ਬੱਚਿਆਂ ਨੂੰ ਮੈਂ ਐਡਵਾਈਸ ਕਰਨੀ, ਕੀਤੀ ਮਿਹਨਤ ਤੁਹਾਡੀ ਜ਼ਾਇਆ ਨਹੀਂ ਜਾਏਗੀ। ਜੋ ਕਰਨਾ ਟਾਈਮ ਨੂੰ ਸੰਭਾਲੋ, ਟਾਈਮ ਨਾਲ ਕਰ ਲਓਗੇ तो ਕੀਤੇ ਬਗੈਰ ਗੁਜ਼ਾਰਾ ਨਹੀਂ। ਮਾਂ ਬਾਪ ਕਿੰਨੀ ਦੇਰ ਕਰਨਗੇ, ਕਿਸੇ ਵੇਲੇ ਇਨਕਮ ਜ਼ਿਆਦਾ ਹੁੰਦੀ, ਕਿਸੇ ਵੇਲੇ ਘੱਟ ਹੁੰਦੀ, ਘੱਟ ਵਿੱਚ ਵੀ ਗੁਜ਼ਾਰਾ ਕਰਨਾ ਪੈਂਦਾ। ਤੇ ਉਹਦੇ ਮੁਤਾਬਕ ਆਪਣੇ ਆਪ ਡੀਲ ਕਰਨਾ। ਆਪਣੇ ਆਪ ਜਿਹੜਾ ਵੀ ਕੰਮ ਕਰੋ, ਇੱਕ ਵਾਰੀ ਨਹੀਂ, ਦੋ ਵਾਰੀ, ਤੀਜੀ ਵਾਰੀ ਕਰੋ ਤੇ ਆਪਣੇ ਆਪ ਆ ਜਾਓ, ਕਰੋਗੇ। ਜੇ ਤੁਹਾਨੂੰ ਖਾਣ ਦਾ, ਪਹਿਨਣ ਦਾ, ਸਭ ਚੀਜ਼ ਤੇ ਮਿਹਨਤ ਕਰੋ। ਐਜੂਕੇਸ਼ਨ ਦਾ ਲੈਣ ਦਾ
ਉਹ ਜਿਹਨੂੰ ਮੌਕਾ ਮਿਲਿਆ ਉਹ ਤਾਂ ਜ਼ਰੂਰ ਕਰੇਗਾ, ਜਿਹਨੂੰ ਨਹੀਂ ਮਿਲਿਆ ਸਾਡੇ ਵਰਗਿਆਂ ਨੂੰ ਮਿਲਿਆ ਇਸ ਤਰ੍ਹਾਂ ਹੀ। ਪਰ ਫਿਰ ਵੀ ਅਸੀਂ ਆਪਣੇ ਮਨ ਨੂੰ ਘਬਰਾਇਆ ਨਹੀਂ, ਖੜੇ ਕੀਤੇ ਵੀ ਜੋ ਕਰਦੇ ਰਹਾਂਗੇ, ਜਿੰਨਾ ਕੁ ਹੋਏਗਾ ਉਨਾ ਹੀ ਸੀ। ਵਿਜੇ ਤੁਸੀਂ ਪੜ੍ਹੇ ਤਾਂ ਨਹੀਂ ਸੀਗੇ, ਪਰ ਮੈਨੂੰ ਕਿਤੋਂ ਪਤਾ ਲੱਗਿਆ ਵੀ ਤੁਸੀਂ ਦਿਨ 'ਚ 2 ਟਾਈਮ ਪਾਠ ਵੀ ਕਰਦੇ ਹੋ, ਜਾਂ ਮੈਂ ਇੱਕ ਤੁਹਾਡੀ ਵੀਡੀਓ ਦੇਖੀ ਸੀ ਗੁਟਕਾ ਸਾਹਿਬ ਪੜ੍ਹਦੇ ਹੋਏ ਪਾਠ ਕਰਦੇ ਆ। ਫਿਰ ਤੁਸੀਂ ਬਾਣੀ ਕਿਵੇਂ ਪੜ੍ਹ ਲੈਂਦੇ ਹੋ, ਕਿਵੇਂ ਸਿੱਖਿਆ ਤੁਸੀਂ? ਬੇਟੇ ਤਰਨ ਤਾਰਨ ਭਾਈ ਮੋਹਨ ਸਿੰਘ ਬਿਆਨ ਸੀ, ਬੜਾ ਨੇਕ ਬੰਦਾ, ਰੱਬ ਦਾ ਪਿਆਰਾ ਬੜਾ, ਹਕੀਮ ਦੀ ਦੁਕਾਨ ਸੀ। ਉਹ ਸਾਰੇ ਸ਼ਹਿਰ ਨੂੰ ਨਾ, ਸ਼ਹਿਰ ਵਾਲਿਆਂ ਕੋਲ ਕੋਈ ਪੈਸਾ ਨਹੀਂ ਸੀ ਲੈਂਦਾ। ਤੇ ਉਹਦੀ ਭੈਣ ਜਿਹੜੀ ਸੀ ਅੱਖਾਂ ਤੋਂ ਰਹਿਤ ਸੀ। ਕੁੱਬ ਨਿਕਲਿਆ ਸੀ, ਅੱਖਾਂ ਨਹੀਂ ਸੀ, ਦੇ ਬਾਹਰ ਨਿਕਲੇ ਸੀ ਸਭ, ਜਿਹਨੂੰ ਫੋਲਾ ਕਹਿੰਦੇ ਪਏ। ਉਹਨਾਂ ਸਾਰੇ ਤਰਨ ਤਾਰਨ ਦੀਆਂ ਕੁੜੀਆਂ ਤੇ ਨੂੰਹਾਂ ਦੀ ਸਾਰਿਆਂ ਨੂੰ ਉਹਨੇ ਗੁਰਬਾਣੀ ਸਿਖਾਈ। ਉਹਨਾਂ ਨੂੰ ਜ਼ੁਬਾਨੀ ਯਾਦ ਸੀ ਤੇ ਉਹਦੇ ਕੋਲੋਂ ਸਕੂਲੋਂ ਆ ਕੇ ਬੱਚੇ ਉਹਨਾਂ ਕੋਲ ਜਾਂਦੇ ਸੀ। ਉਹ ਇਹ 2-2 ਤੁਕਾਂ, 3-3, 4-4 ਤੁਕਾਂ ਦਿੰਦੇ ਸੀ, ਜਿਹਦੇ ਨਾਲ ਬੱਚੇ ਯਾਦ ਕਰਕੇ ਆਉਂਦੇ ਤੇ ਫਿਰ ਆ ਕੇ ਦੂਜੇ ਦਿਨ ਸੁਣਾ ਕੇ ਨੈਕਸਟ ਡੇ। ਅਸੀਂ ਵੀ ਉੱਥੋਂ ਸਿੱਖੇ, ਸਾਰੀਆਂ ਭੈਣਾਂ ਨੇ ਸਿੱਖੇ। ਫਿਰ ਉਹ ਇਹ ਸਿਖਾ ਕੇ 5 ਕਰਨ ਦੀ ਪੜ੍ਹਾਈ ਉਹਨੂੰ, ਫਿਰ ਉਹਨਾਂ ਨੇ ਬਾਬਾ ਜੀ ਦਾ ਪਾਠ ਕਰਨਾ ਸਿਖਾਇਆ। ਉਹ ਭੋਗ ਪਵਾਇਆ, ਉਹ ਘਰ ਆ ਕੇ ਭੋਗ ਪਵਾਇਆ ਤੇ ਬਹੁਤ ਅੱਛਾ ਲੱਗਾ, ਆਦਤ ਬਣ ਗਈ। ਫਿਰ ਜਦੋਂ ਅਖੰਡ ਪਾਠ ਕੋਈ ਲਿਖਵਾਉਂਦਾ ਸੀ ਉਹਨਾਂ ਨੂੰ ਨਾਲ ਬੁਲਾਉਂਦਾ ਸੀ, ਉਹ ਉੱਥੇ ਆ ਕੇ ਨਾਲ ਬੈਠ ਜਾਂਦੇ ਸੀ। ਸੋ ਗਲਤ ਤੋਂ ਕੋਈ ਲਗਾ ਮਾਤਰਾ ਸਭ ਦਸਤ ਸੀ। ਉਹਨਾਂ ਨੂੰ ਅੰਦਰੋਂ ਹੀ ਗਿਆਨ ਸੀ, ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਯਾਦ। ਬਸ ਇਸ ਤਰ੍ਹਾਂ ਉਹਨਾਂ ਕੋਲ ਗੁਰਬਾਣੀ ਯਾਦ ਕੀਤੀ ਤੇ ਉਹਨਾਂ ਕੋਲ ਕੀਤੀ। ਉਹੀ ਅੱਜ ਸਵੇਰੇ ਉੱਠ ਕੇ ਯਾਦ ਕਰਦੀ, ਸਵੇਰੇ ਪਾਠ ਕਰ ਲੈਣ, ਨਹਾਉਣਾ ਧੋਣਾ, ਬਾਬਾ ਜੀ ਦਾ ਪ੍ਰਕਾਸ਼ ਕਰ। ਬਾਬਾ ਜੀ ਦਾ ਖੀਸ ਵਾਲੀ ਪ੍ਰਕਾਸ਼ ਸਾਡੇ ਪਿਤਾ ਜੀ ਵੀ ਕਰਦੇ ਸੀ। ਉਹ ਵੀ ਸੰਗਰਾਂਦ ਦਾ ਪ੍ਰਸ਼ਾਦ ਬਣਾ ਕੇ ਭੋਗ ਲਗਾਉਂਦੇ ਸੀ। ਤੇ ਉਹ ਵੀ 4 ਵਜੇ ਉੱਠ ਕੇ ਚਲੇ ਜਾਂਦੇ ਸੀ ਕਾਰਖਾਨੇ ਆਪਣੇ। ਪਾਜਾ ਕੇ ਨਾਲ ਸੈਰ ਹੋ ਗਈ, ਨਾਲ ਵੀ ਨਹਾ ਧੋ ਕੇ ਆ, ਫਿਰ ਆ ਕੇ ਦਰਬਾਰ ਸਾਹਿਬ ਚਲੇ। ਉਹਨਾਂ ਦਾ ਕੀ ਨਾਮ ਸੀਗਾ ਤੁਹਾਡੇ ਪਿਤਾ ਜੀ ਦਾ? ਜੈਰਾਮ ਸਿੰਘ। ਜੈਰਾਮ ਸਿੰਘ। ਜੈਰਾਮ ਸਿੰਘ ਚਾਵਲਾ। ਅੱਛਾ ਜੀ। ਤੁਹਾਡੀ ਮਾਤਾ ਜੀ ਦਾ? ਜੋਗਿੰਦਰ ਕੌਰ। ਜੋਗਿੰਦਰ ਕੌਰ। ਹਾਂ। ਉਹ ਉਹਨਾਂ ਦਾ ਸੁਭਾਅ ਕਿਵੇਂ ਦਾ ਸੀਗਾ? ਹਾਂਜੀ। ਤੁਹਾਡੇ ਮਾਤਾ ਜੀ ਦਾ ਸੁਭਾਅ ਕਿਵੇਂ ਦਾ ਸੀ? ਬੜਾ ਅੱਛਾ। ਅੱਛਾ। ਮਾਵਾਂ ਤਾਂ ਹਮੇਸ਼ਾ ਚੰਗੀਆਂ। ਹਾਂ। ਕੋਈ ਵੀ ਮਾਂ ਹੀ ਹੈ। ਹਾਂ। ਤੇ ਪ੍ਰਸੰਨਿਤ ਹੁੰਦਾ ਸੀ। ਉਹ ਵੀ ਕੰਮ ਕਰਦੇ ਸੀ, ਖਾਣਾ ਬਣਾਉਂਦੇ ਸੀ, ਬੜਾ ਅੱਛਾ ਬਣਾਉਂਦੇ। ਫਿਰ ਸਾਨੂੰ ਵੀ ਵਿੱਚ ਘਰ ਵਿੱਚ ਜਿਸ ਤਰ੍ਹਾਂ ਦਾ ਬਣੇ ਆਦਤ ਬਣ ਗਈ। ਕੋਈ ਪਿੱਛੇ ਨਹੀਂ ਰਹਿੰਦਾ। ਮਾਵਾਂ ਚਾਹੁੰਦੀਆਂ ਕਿ ਬੱਚੇ ਸਿਆਣੇ ਹੋਣ, ਕੁਝ ਨਾ ਕੁਝ ਸਿੱਖਣ ਇਹਨਾਂ ਨਾਲ। ਇਹਦੇ ਡੈਡੀ ਬਹੁਤ ਸੋਹਣੇ ਸੀ, ਮੈਨੂੰ ਬਹੁਤ ਸੋਹਣਾ ਚੰਗਾ ਨਹੀਂ ਲੱਗਦਾ ਤੁਹਾਨੂੰ। ਤੇ ਇਹ ਡੈਡੀ ਵੀ ਕਹਿੰਦੇ ਅਗਲੇ ਘਰ ਜਾਣਾ। ਅੱਛਾ। ਹਾਂ, ਤੁਸੀਂ ਟਾਈਮ ਦੇ ਨਾਲ ਟਾਈਮ ਨਾਲ ਹਰ ਕੰਮ ਕਰੋ। ਸਵੇਰੇ ਥੋੜ੍ਹਾ ਘੰਟਾ, ਅੱਧਾ ਘੰਟਾ ਜਿਹੜੀ ਸਟੱਡੀ ਕਰਨੀ ਉਹ ਕਰੋ, ਨਹਾਵੋ ਧੋਵੋ, ਫਿਰ ਆਪਣਾ ਜਾਓ। ਅੱਛਾ। ਸਾਰੇ ਬੱਚੇ ਕਰਦੇ। ਇਹ ਕੁੜੀਆਂ ਤਾਂ ਨਹੀਂ ਕਰਦੀਆਂ, ਅਸੀਂ ਤਾਂ ਸਾਰੀਆਂ ਭੈਣਾਂ ਨੇ ਸਿੱਖਿਆ। ਸਭ ਨੇ। ਵਿਜੇ, ਅੱਜ ਆਪਾਂ 5 ਮਾਰਚ ਨੂੰ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਤੇ ਅੱਜ ਤੁਹਾਡੇ ਵਿਆਹ ਨੂੰ ਵੀ 73 ਸਾਲ ਹੋ ਗਏ ਨੇ। 1949 ਚ ਤੁਹਾਡਾ ਵਿਆਹ ਹੋਇਆ ਸੀਗਾ। ਅੱਜ ਪੰਚਮੀ ਹੈ ਨਾ, ਅੱਜ ਦੇ ਦਿਨ ਵਿਆਹ ਹੋਇਆ ਸੀ। ਅੱਛਾ। ਹੁਣ ਤਾਂ ਨਹੀਂ ਹੋਈ, ਤੇ ਉਦੋਂ ਸੀ ਪੰਚਮੀ ਵਾਲੀ। ਉਹ ਸ਼ੁਭ ਗਿਣਦੇ ਨੇ। ਅੱਛਾ, ਠੀਕ ਹੈ। ਸੋ ਦੱਸੋ ਸਾਨੂੰ ਤੁਹਾਡਾ ਵਿਆਹ ਫਿਰ ਕਿਵੇਂ ਹੋਇਆ ਸੀਗਾ? ਬਹੁਤ ਤੁਹਾਨੂੰ ਵੀ ਜਿਵੇਂ ਅੱਗੇ ਦੱਸਦੇ ਹੁੰਦੇ ਸੀ ਘਰੇ ਆ ਕੇ ਵੀ ਤੇਰਾ ਅਸੀਂ ਰਿਸ਼ਤਾ ਕਰਿਆ, ਤੇਰੀ ਅਸੀਂ ਪੱਕ ਠੱਕ ਕਰਿਆ, ਤੁਹਾਨੂੰ ਵੀ ਐਂ ਪਤਾ ਲੱਗਿਆ ਸੀਗਾ? ਸਾਡੇ ਮੇਰੀ ਦਾਦੀ ਤੇ ਇਹਨਾਂ ਦੀ ਦਾਦੀ, ਉਹ ਭੂਆ ਭਤੀਜੀ ਸੀ। ਅੱਛਾ। ਸਕੀ। ਠੀਕ ਹੈ।
ਤੇ ਉਹ ਪੁਰਾਣਾ ਰਿਸ਼ਤਾ ਬਹੁਤ ਦੇਰ ਦਾ। ਹੁਣ ਫਿਰ ਰਿਸ਼ਤਾ ਭਾਬੀ ਸਾਡੀ ਜਾਂਦੀ ਸੀ ਤੇ ਉਹ ਆਉਂਦੇ ਜਾਂਦੇ ਮਿਲਦੇ ਜੁਲਦੇ ਸਨ। ਉਹਨਾਂ ਨੇ ਫਿਰ ਆਪ ਹੀ ਆ ਕੇ ਕੀਤਾ। ਅੱਛਾ। ਭੂਆ ਤਾਂ ਭਾਬੀ ਦੀ ਨਹੀਂ ਸੀ, ਪਰ ਪਿੱਛੋਂ ਸਾਰੀ ਅੱਛਾ। ਉਹਨਾਂ ਨੇ ਉਹਨਾਂ ਦੀ ਨੂੰਹਾਂ ਨੇ ਉਹ ਆ ਕੇ ਲੈ ਗਈ। ਤੇ ਠੀਕ ਹੈ ਬਸ। ਤੁਸੀਂ ਘੱਗਰਾ ਪਾਇਆ ਸੀ ਆਪਣੇ ਵਿਆਹ ਤੇ? ਕੀ ਪਾਇਆ ਸੀਗਾ ਤੁਸੀਂ? ਸੂਟ ਪਾਇਆ ਸੀ ਤੁਸੀਂ? ਉਦੋਂ ਸੂਟ ਪੈਂਦੀ ਸੀ। ਅੱਛਾ, ਸੂਟ ਠੀਕ ਹੈ। ਸੂਟ ਪਾ ਕੇ ਵਿਆਹ ਕੀਤਾ। ਅੱਛਾ। ਸਾਡੇ ਪਿਤਾ ਜੀ ਖਾਣਾ ਜਿਹੜਾ ਸੂਟ ਉਹ ਵੈਜੀਟੇਰੀਅਨ ਦਿੰਦੇ ਸੀ। ਅੱਛਾ। ਨੌਨ ਵੈਜ। ਅੱਛਾ। ਵਿਆਹਾਂ 'ਚ ਨੌਨ ਵੈਜ ਨਹੀਂ ਦਿੰਦੇ, ਉਹ ਹਮੇਸ਼ਾ ਹੀ ਵੈਜੀਟੇਰੀਅਨ। ਅੱਛਾ। ਬਣਾਉਂਦੇ ਦੇਸੀ ਘੀ ਦੇ, ਅੱਗੇ ਪਿੱਛੇ ਡਾਲਡੇ ਸ਼ੁਰੂ ਹੋ ਗਏ ਸੀ ਨਾ। ਮੇਰਾ ਚਾਚਾ ਜੀ ਆਪ ਬੈਠ ਕੇ ਭੱਠੀ ਸਾਰਾ ਕੰਮ। ਅੱਛਾ। ਉੱਥੋਂ ਗਿਆ ਬਲਕਿ ਸਿੰਪਲ ਵਿਆਹ ਹੋਇਆ ਬਿਲਕੁਲ, ਬਹੁਤ ਸ਼ਾਂਤੀ ਨਾਲ ਬੜਾ ਹੋਇਆ। ਉਹਨਾਂ ਦਿਨਾਂ 'ਚ ਬੱਸਾਂ ਬੁੱਸਾਂ ਵੀ ਘੱਟ ਮਿਲਦੀਆਂ। ਹਾਂਜੀ, ਗੱਡੀਆਂ ਤੇ ਲੋਕੀ ਜਾਂਦੇ ਸੀ, ਹੈ ਨਾ? ਹਾਂ, ਗੱਡੇ 'ਚ ਨਹੀਂ। ਹਾਂ, ਪਾਰਟੀ ਜੇ। ਅੱਛਾ। ਉਹ ਪਾਰਟੀਸ਼ਨ ਕਰਕੇ। ਹਾਂ। 47 'ਚ ਇੱਧਰ 49 ਮੇਰੀ ਸ਼ਾਦੀ। ਹਾਂਜੀ, ਹਾਂ। ਬਹੁਤ ਬੁਰਾ ਹਾਲ ਹੋਇਆ। ਅੱਛਾ, ਫਿਰ ਉਹ 47 ਕਰਕੇ ਲੋਕੀ ਵਿਆਹਾਂ ਦੇ ਵੀ ਇੰਨਾ ਜਸ਼ਨ ਨਹੀਂ ਸੀ ਮਨਾਉਂਦੇ। ਬਹੁਤ ਆਨੀ ਸੀ। ਲਿਮਟ ਹੋ ਗਈ ਸੀ। 50 ਬੰਦਿਆਂ ਤੋਂ ਜ਼ਿਆਦਾ ਨਹੀਂ ਕਰਨਾ। ਅੱਛਾ। ਬਹੁਤ ਵੱਡੇ ਨਹੀਂ ਸੀ। ਤੁਸੀਂ 47 ਵੇਲੇ ਹੋਵੋਗੇ 21 ਸਾਲਾਂ ਦੇ ਸੀਗੇ, ਹੈ ਨਾ ਤੁਸੀਂ? ਤੁਹਾਡਾ ਜਨਮ ਤਰਨਤਾਰਨ 'ਚ ਹੀ ਹੋਇਆ ਸੀ? ਤੁਸੀਂ ਸ਼ੁਰੂ ਤੋਂ ਉੱਥੇ ਹੀ ਰਹੇ ਹੋ? ਤਰਨਤਾਰਨ 'ਚ ਉੱਥੇ ਹੀ ਰਹੇ ਹੋ ਤੁਸੀਂ? ਉੱਥੇ ਹੀ ਰਹੇ, ਉੱਥੇ ਹੀ ਪੈਦਾ ਹੋਏ, ਵੱਡੇ ਹੋਏ, ਪੜ੍ਹੇ, ਸ਼ਾਦੀ ਹੋਈ ਆਪਣੇ ਘਰ। ਸਾਰੀਆਂ ਭੈਣਾਂ ਆ ਗਈਆਂ, ਵਾਰੋ ਵਾਰੀ ਮਾਂ ਬਾਪ ਇਕੱਲੇ ਰਹਿ ਗਏ। ਅੱਛਾ। ਤਾਂ ਠੀਕ ਆ, ਸਾਰਾ ਦੁਨੀਆ ਦਾ ਵਿਹਾਰ ਬੇਟਾ। ਤੁਸੀਂ ਸ਼ਾਦੀ ਕਰਾਈ ਕਿ ਨਹੀਂ? ਮੈਂ ਕਰਾ ਲਈ। ਕਰਾਂਗੇ। ਗੁੱਡ। ਮੇਰੀ ਬੇਟੀ ਹੈ 3 ਸਾਲ ਦੀ, ਨਿੱਕੀ ਹਾਲੇ। ਅੱਛਾ, ਕਿੱਥੇ? ਇੱਥੇ ਹੀ? ਹਾਂਜੀ, ਉਹ ਇੱਥੇ ਹੀ ਰਹਿੰਦੀ ਹੈ। ਹਾਂ। ਬੀਜੀ, ਉਦੋਂ ਉਹ ਕਹਿਣ ਨੂੰ ਤਾਂ ਆਪਾਂ 47 'ਚ ਆਪਾਂ ਕਹਿੰਦੇ ਵੀ ਆਪਣਾ ਮੁਲਕ ਆਜ਼ਾਦ ਹੋ ਗਿਆ ਸੀ, ਪਰ ਉਦੋਂ ਤੁਸੀਂ ਲੋਕੀ ਕੀ ਸੋਚਦੇ ਸੀਗੇ ਵੀ ਇਹ ਵਧੀਆ ਹੋਇਆ ਕਿ ਨਹੀਂ ਵਧੀਆ ਹੋਇਆ? ਵਧੀਆ ਨਹੀਂ ਲੱਗਦਾ ਸੀ? ਬੜਾ ਆਰਾਮ ਦੀ ਰਹਿ ਰਹੇ ਸੀ। ਅੱਛਾ। ਬੜਾ ਅੱਛਾ ਸੀ। ਹਿੰਦੂ ਸਿੱਖ ਸਾਰੇ ਮਿਲ ਕੇ ਪਿਆਰ ਕਰਨਾ। ਪਰ ਜਿਹੜੀਆਂ ਪੋਲੀਟੀਸ਼ੀਅਨ ਉਹ ਕੁਛ ਨਾ ਕੁਛ ਅੰਦਰੋਂ ਕਰਦੇ। ਉਹਦੇ ਨਾਲ ਤਾਂ ਕਦੀ ਇਹ ਹੋਇਆ ਨਹੀਂ ਵੀ ਦੁਨੀਆ ਵੀ ਪਲਟ ਜਾਏਗੀ ਨਾ। ਬਹੁਤ ਬੁਰਾ ਹਾਲ ਹੋਇਆ ਲੋਕਾਂ ਦਾ, ਬੜੇ ਮਰੇ। ਠੀਕ। ਸਾਡੇ ਹੁਣ ਹਿੰਦੂ ਸਿੱਖ ਇੱਥੇ, ਬਾਕੀ ਉਹ ਅਲੱਗ। ਫਿਰ ਵੀ ਇੱਟ ਕੁੱਤੇ ਦਾ ਵੈਰ, ਕਸ਼ਮੀਰ ਦਾ ਝਗੜਾ, ਸਭ ਕੁਛ। ਉਹ ਝਗੜੇ ਤਾਂ ਨਹੀਂ ਮੁੱਕੇ ਨਾ। ਚਲੋ ਠੀਕ। ਹਲੇ ਵੀ ਉਵੇਂ ਚੱਲੀ ਜਾਂਦਾ? ਉਵੇਂ ਚੱਲਦਾ। ਤੁਸੀਂ ਵਿਆਹ ਕੇ ਕਿੱਥੇ ਗਏ ਸੀ? ਅੰਮ੍ਰਿਤਸਰ? ਹਾਂਜੀ। ਤੁਹਾਡਾ ਵਿਆਹ ਕਿੱਥੇ ਹੋਇਆ ਸੀਗਾ? ਤਰਨਤਾਰਨ ਹੋਇਆ। ਮੈਂ ਅੰਮ੍ਰਿਤਸਰ ਘਰ ਆਪਣਾ ਸੀ। ਅੱਛਾ ਜੀ। ਉੱਥੇ ਤੁਹਾਡਾ ਸਾਰਾ ਪਰਿਵਾਰ ਅੰਮ੍ਰਿਤਸਰ ਰਹਿੰਦਾ ਸੀ? ਅੰਮ੍ਰਿਤਸਰ 36 ਵਾਲੀ ਗਲੀ। ਅੱਛਾ। ਮਾਨਾ ਵਾਲੀ ਗਲੀ। ਅੱਛਾ। ਪਿੰਡ ਮਾਨਾ ਵਾਲਾ ਸੀ ਨਾ, ਉੱਥੋਂ ਆਇਆ ਸੀ। ਉਹ ਗਲੀ ਦਾ ਨਾਂ ਹੀ ਮਾਨਾ ਵਾਲੀ ਪਈ ਹੈ। 36 ਵਾਲਾ ਚੌਂਕ, 36 ਤੇ ਮਾਨਾ ਵਾਲੀ ਗਲੀ। ਉੱਥੇ ਗਲੀ ਇੰਨੀ ਚੌੜੀ ਸੀ, ਮਸਾ ਬੰਦਾ ਲੰਘ। ਪੁਰਾਣੀਆਂ ਬਣੀਆਂ ਤੇ ਪਰ ਇਹ ਵੱਡੇ ਬਕਸੇ ਨਿਕਲ ਜਾਂਦੇ। ਅੱਛਾ। ਉਦੋਂ ਮੱਗ ਵਾਲੇ ਕੰਮ ਘਰ ਹੁੰਦੇ ਸੀ। ਅੱਛਾ। ਸਿੱਖਾਂ ਵਾਲੇ ਉੱਪਰ ਹੇਠਾਂ 2-3 ਛੱਤਾਂ ਮੱਗ ਵਾਲੇ, ਉਹ ਖੋਲ ਕੇ ਬਕਸੇ 'ਚ ਸਮਾਨ ਉੱਪਰ ਚੜਾਉਂਦੇ। ਅੱਛਾ। ਉਹ ਸਾਰੇ ਚੜ੍ਹੇ ਸਨ ਉੱਪਰ। ਠੀਕ ਸੀ। ਬਾਜੀ, ਉਹਨਾਂ ਦਾ ਕੀ ਨਾਮ ਸੀ ਤੁਹਾਡੇ ਹਸਬੈਂਡ ਦਾ? ਰਿਪੁਦਮਨ ਸਿੰਘ। ਰਿਪੁਦਮਨ ਸਿੰਘ। ਰਿਪੁਦਮਨ ਸਿੰਘ। ਹਾਂ। ਅੱਛਾ। ਬੜੇ ਨੇਕ ਦਿਲ ਦੇ, ਦੁੱਖ ਸੁੱਖ ਭੈਣ ਭਰਾਵਾਂ ਨਾਲ ਬੜਾ ਪਿਆਰ, ਸਭ ਦਾ ਦੇਖਭਾਲ ਕਰਨ। ਠੀਕ ਚੱਲਦਾ।
ਠੀਕ ਹੈ। ਬੜਾ ਸੋਹਣਾ ਟਾਈਮ ਨਿਕਲਿਆ, ਹੂੰ ਫੈਮਿਲੀ ਨਾਲ ਬੜਾ ਦਿਨ ਹੈ। ਹੂੰ ਨਨਾਣ ਉਦੋਂ ਇੱਕ ਸੀ, ਪਿੱਛੋਂ ਦੋ ਹੋਏ ਆ। ਅੱਛਾ ਵੱਡੀ ਇਹਨਾਂ ਤੋਂ ਛੋਟੀ, ਉਹਦੀ ਸ਼ਾਦੀ ਹੋਈ ਸੀ, ਅੱਛਾ ਉਹ ਵੀ ਇਹਨਾਂ ਦੇ ਦੋਸਤ ਦੇ ਨਾਲ ਹੋਈ। ਅੱਛਾ ਉਹ ਬੜੀ ਉਹ ਵੀ ਇਸੇ ਡਿਪਾਰਟਮੈਂਟ 'ਚ ਸੀ, ਹੂੰ ਉੱਥੇ ਬੜੀ ਸੋਹਣੀ ਠੀਕ ਠਾਕ। ਉਹਦਾ ਤਾਂ ਮੇਰਾ ਪਿਆਰ ਹੀ ਬੜਾ, ਕਦੀ ਸਾਡੀ ਜ਼ਿੰਦਗੀ ਵਿੱਚ ਫੈਮਿਲੀ ਮੈਂਬਰ ਦੇ ਨਾਲ ਉੱਚੀ ਨਹੀਂ ਵੀ ਸਾਡੀ ਕਦੀ ਵੀ। ਅੱਛਾ ਸੱਸ ਮੇਰੀ ਦੇਖੀ, ਉਹ ਇੰਨਾ ਉਹਨਾਂ ਨੇ ਕਦੀ ਬੱਚੇ ਨੂੰ ਝਿੜਕ ਨਹੀਂ ਸੀ। ਤੁਹਾਡੀ ਸੱਸ ਨੇ? ਹਾਂ। ਅੱਛਾ ਇੰਨੇ ਅੱਛੇ ਬੱਚੇ ਨੇ ਨਾ, ਤੰਗ ਵੀ ਕਰਨਾ ਤਾਂ ਨਹੀਂ ਕੁਛ ਨਹੀਂ। ਅਬਲ ਤਾਂ ਉਹ ਕਹਿੰਦੇ ਹੀ ਕੁਛ ਨਹੀਂ ਸੀ, ਹੂੰ ਜੋ ਦੇ ਦਿਨ ਖਾ ਲੈਂਦੇ ਸੀ। ਉਹਨਾਂ ਦਿਨ ਹਾਰਡ ਅੱਛਾ ਬਹੁਤ, ਉਧਰੋਂ ਆਏ ਕੰਮ ਧੰਦੇ ਸਾਰੇ ਬੰਦ ਹੋ ਗਏ। ਹੂੰ ਇੱਕ ਘਰੇ 'ਚ ਦੋ ਜਣੇ ਨੌਕਰੀ ਕਰਦੇ ਸੀ, ਇੱਕ ਇਹ ਤੇ ਇੱਕ ਨੰਦ ਛੋਟਾ ਭਰਾ। ਅੱਛਾ ਉਹ ਇਹ ਪਰਿਵਾਰ 47 ਚ ਉਧਰੋਂ ਆਇਆ ਸੀ? ਹਾਂ, ਅੱਛਾ ਇੱਕ ਮੇਰੇ ਹੋਰ ਇਹਨਾਂ ਦੀ ਭਰਾ ਭਰਜਾਈ ਲਾਹੌਰੋਂ ਆਏ ਸੀ, ਅੱਛਾ ਉਹ ਦਿੱਲੀ ਰਹੇ, ਠੀਕ ਹੈ। ਉਹ ਦਿੱਲੀ ਚਲੇ ਗਏ। ਹੂੰ ਮਕਾਨ ਪਰ ਤਿੰਨ ਭਰਾਵਾਂ ਦਾ ਸਾਂਝਾ ਉੱਥੇ ਸੀ। ਹੂੰ ਠੀਕ ਠਾਕ ਜ਼ਿੰਦਗੀ ਬਹੁਤ ਅੱਛੀ ਬੀਤੀ, ਬੜੀ ਠੀਕ ਰਹੀ। ਸਭ ਨਾਲ ਪਿਆਰ, ਸਾਰੇ ਰਿਸ਼ਤੇਦਾਰਾਂ ਨਾਲ ਪਿਆਰ, ਕੋਈ ਐਸਾ ਨਹੀਂ ਕੋਈ ਇੱਕ ਦੂਸਰੇ ਦੀ ਕੋਈ ਗੱਲ ਕਰੇ। ਜੋ ਇੰਨਾ ਇਕੱਠ ਇੱਥੇ ਵਿਖਿਆ, ਆਮ ਨਹੀਂ। ਅੱਛਾ ਆਮ ਕੁਛ ਤੁਹਾਡੇ ਕਿੰਨੇ ਦਿਓਰ ਜੇਠ ਨਣਦਾ ਮੈਂ ਇੱਧਰ ਤੁਹਾਨੂੰ ਪਰਿਵਾਰ? ਕਿਹਾ ਨਾ 11 ਬੰਦੇ ਸੀ ਅੱਛਾ ਘਰ ਫੈਮਿਲੀ, ਹੂੰ 9 ਭਰਾ ਹੂੰ ਤੇ 3 ਭੈਣਾਂ। ਅੱਛਾ ਜੀ ਇੱਕ ਵੱਡੀ ਭੈਣ ਸਾਰਿਆਂ ਨਾਲ ਉਹਦੀ ਸ਼ਾਦੀ ਹੋਈ, ਅੱਛਾ ਇਹਨਾਂ ਨਾਲੋਂ ਛੋਟੀ, ਤੇ 2 ਛੋਟੀਆਂ ਸੀ। ਅੱਛਾ ਬਸ ਇੱਕ ਰਹਿ ਗਈ, ਹੂੰ 2 ਦੇ ਗਈਆਂ। ਹੂੰ ਜਦੋਂ ਤੁਸੀਂ ਆਪਣੇ ਹਸਬੈਂਡ ਨੂੰ ਨੌਕਰੀ ਕਰਦਾ ਦੇਖਦੇ ਸੀ, ਇਹਨਾਂ ਨੂੰ ਕਮਾਉਂਦਾ ਦੇਖਦੇ ਸੀਗੇ, ਤੁਸੀਂ ਨਹੀਂ ਕਦੇ, ਉਦੋਂ ਨਹੀਂ ਤੁਹਾਨੂੰ ਕਦੇ ਇੱਛਾ ਹੋਈ ਕਿ ਨਹੀਂ ਮੈਂ ਬੇਟਾ, ਮੈਨੂੰ ਦਿਮਾਗ 'ਚ ਇਹੀ ਸੀ ਕਿ ਮੈਂ ਪੜ੍ਹੀ ਨਹੀਂ, ਹੂੰ ਮੈਨੂੰ ਕੁਛ ਆਉਂਦਾ ਹੀ ਨਹੀਂ। ਹੂੰ ਪਰ ਹੋਰ ਕੰਮ ਨੂੰ ਤਾਂ ਸਵਾ, ਐਜੂਕੇਸ਼ਨ ਦਾ ਸਵਾ ਮੈਨੂੰ ਕੋਈ ਕੰਮ ਨਹੀਂ ਜਿਹੜਾ ਨਹੀਂ ਆਉਂਦਾ। ਹੂੰ ਹੂੰ ਉਹ ਸਾਰੇ ਕੰਮ ਕਰਦੀ ਸੀ, ਕੋਈ ਲੋੜ ਨਹੀਂ ਸੀ, ਕੋਈ ਦਰਜੀ ਦੀ ਲੋੜ ਨਹੀਂ ਪਈ, ਕੋਈ ਕਿਸੇ ਕਿਸਮ ਦੀ ਵੀ ਲੋੜ ਨਹੀਂ, ਸਾਰੇ ਕੰਮ ਸਿਰਫ ਇਹਨਾਂ ਦੇ ਕੱਪੜੇ ਸਵਾਉਂਦੇ ਸੀ, ਅੱਛਾ ਬਾਕੀ ਹੋਰ ਕਿਸੇ ਦੇ। ਹੂੰ ਬੱਚਿਆਂ ਦੇ ਘਰ ਦੇ ਦਿਓਰ ਹੁਣ ਛੋਟੇ ਬੱਚਿਆਂ ਦੇ ਸਾਡੇ ਕੱਪੜੇ ਮੈਂ ਸੀਂਦੀ ਸੀ। ਅੱਛਾ ਮੈਨੂੰ ਸ਼ੌਕ ਸੀ, ਮੈਨੂੰ ਚੰਗਾ ਲੱਗਦਾ। ਮੈਂ ਆਪਣੀ ਭੂਆ ਕੋਲੋਂ ਸਿੱਖੇ। ਅੱਛਾ ਉਹ ਜਦੋਂ ਆਉਣਾ ਅੰਮ੍ਰਿਤਸਰ, ਉਹਦੇ ਅੱਗੇ ਲੈ ਕੇ ਕੱਪੜਾ ਲੈ ਕੇ ਕੈਂਚੀ ਲੈ ਕੇ ਬੈਠ ਜਾਣਾ, ਹੂੰ ਕੁੱਟਵਾ ਲੈਣਾ, ਫਿਰ ਪੁੱਛ ਕੇ ਸੀਣਾ। ਹੂੰ ਮੈਨੂੰ ਸਾਰੀਆਂ ਆਦਤਾਂ ਉੱਥੋਂ, ਮੈਂ ਅੱਛਾ। ਸਿੱਖੀ ਨਹੀਂ ਕਿਸੇ ਕੋਲ, ਹੂੰ ਕਿਸੇ ਕੋਲ ਹੀ ਨਹੀਂ ਸਿੱਖੀ। ਹੂੰ ਜਾਂ ਮੰਗ ਕੱਪੜੇ ਸੀ ਕੇ ਦਿੰਦੀ ਸੀ, ਉਹਨਾਂ ਨੂੰ ਦੇਖਦਾ ਰਹਿਣਾ, ਮੈਂ ਕੱਟ ਦਿਆਂਗਾ, ਫਿਰ ਸਾਰੀ ਮੈਨੂੰ ਆਪੇ। ਹੂੰ ਜਿਹਨੇ ਮੈਂ ਕੰਮ ਕੀਤੇ, ਮੇਰੀਆਂ ਹੋਰ ਭੈਣਾਂ ਨੇ, ਉਹਨਾਂ ਨੇ ਨਹੀਂ ਕੀਤੇ? ਉਹਨਾਂ ਕਿਸੇ ਨੇ ਨਹੀਂ। ਉਹ ਇੰਨਾ ਕੰਮ ਕੁਛ ਅੱਛਾ ਕਰਤੀਆਂ ਕੀਤਾ, ਆਪੋ ਆਪਣੇ ਕਰ, ਪਰ ਇੰਨਾ। ਹੂੰ ਪਰ ਠੀਕ, ਆਪਣੇ ਬੜੀਆਂ ਸਾਰੀਆਂ ਖੁਸ਼ ਹੋਏ। ਹੂੰ ਤੁਹਾਡੇ ਕਿੰਨੇ ਬੱਚੇ ਹੋਏ ਫਿਰ ਅੱਗੇ? ਮੇਰੇ 3 ਬੇਟੀਆਂ। ਤੁਹਾਡੀ 3 ਬੇਟੀਆਂ? ਹਾਂ, 2 ਬੇਟੀਆਂ ਹੋਈਆਂ, ਹੂੰ ਬੇਟਾ ਕੋਈ ਨਹੀਂ ਸੀ। ਅੱਛਾ ਜੀ ਫਿਰ ਤੀਸਰੀ ਬੇਟੀ 10 ਸਾਲ ਬਾਅਦ, ਸੈਕੰਡ ਥਰਡ ਦਾ 10 ਸਾਲ ਦਾ ਆਪਸ ਵਿੱਚ। ਅੱਛਾ ਠੀਕ ਹੈ। ਇਹ 10 ਸਾਲ ਛੋਟੀ ਹੂੰ ਵਿੱਚ ਗਈ ਉਹਨਾਂ ਨੂੰ। ਅੱਛਾ ਇਹ ਜਿਨ੍ਹਾਂ ਕੋਲ, ਰਵੀਨਾ ਜੀ ਕੋਲ ਤੁਸੀਂ ਰਹਿ ਰਹੇ ਹੋ, ਇਹ ਸਭ ਤੋਂ ਛੋਟੇ ਨੇ? ਇਹ ਸਭ ਤੋਂ ਛੋਟੀ। ਅੱਛਾ ਠੀਕ ਹੈ। ਵੱਡੀ ਦੀ ਡੈਥ ਹੋਈ, ਉਹ ਹੁਣੀ 2-3 ਮਹੀਨੇ। ਅੱਛਾ ਫਿਰ ਤੁਸੀਂ ਆਪਣੀਆਂ ਬੇਟੀਆਂ ਨੂੰ ਪੜ੍ਹਾਇਆ, ਕਿਉਂਕਿ ਤੁਸੀਂ ਮਹਿਸੂਸ ਕਰਦੀ ਸੀ ਕਿ ਮੈਂ ਪੜ੍ਹੀ ਲਿਖੀ ਨਹੀਂ? ਟਾਈਮ ਬਦਲ ਗਿਆ, ਹੂੰ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਬੱਚੇ ਨਾ ਪੜ੍ਹਨ। ਹੂੰ ਹੂੰ ਬੱਚੇ ਜ਼ਰੂਰੀ ਪੜ੍ਹਨੇ ਚਾਹੀਦੇ, ਸਾਨੂੰ ਮੌਕਾ ਨਹੀਂ ਮਿਲਿਆ ਸੀ ਇਹ ਕਿਉਂ? ਹੂੰ ਨਾਲੇ ਹੁਣ ਤੋਂ ਟਾਈਮ ਹੀ ਨਹੀਂ ਰਿਹਾ ਹੂੰ ਕਿ ਬੱਚੇ ਨੂੰ ਪੜ੍ਹਾਈ ਜ਼ਰੂਰੀ ਚੀਜ਼। ਹੂੰ ਹਰ ਕੰਮ ਵੈਸੇ ਜ਼ਰੂਰੀ ਹੈ, ਪਰ ਜਿਹੜੀ ਪੜ੍ਹਾਈ ਤੋਂ ਬਗੈਰ ਤਾਂ ਕੁਛ ਨਹੀਂ ਚੱਲਦਾ। ਹੂੰ ਉਹ ਕਰਨੀਆਂ ਤੇ ਕੰਮ ਵੀ ਤਾਂ ਹੀ ਅੱਗੋਂ ਸਿੱਖ ਕੇ ਕਰਨ ਲਿਖਣ। ਤੇ ਨਹੀਂ,
सारा काम अच्छा बड़ा ही सोहने कुड़ियां खाना बनाते अपने घर कुछ बड़ा वधिया काम करती तो फिर ठीक है खुश ने तो फिर ਜਿਵੇਂ ਜਿਹੜੇ ਸਮਿਆਂ ਦੇ ਤੁਸੀਂ ਹੋ, ਜਿਵੇਂ ਜਿਹੜੀ ਤੁਹਾਡੇ ਵਾਲੀ ਜਨਰੇਸ਼ਨ ਆ, ਉਸ ਜਨਰੇਸ਼ਨ ਨੂੰ ਐਵੇਂ ਹੁੰਦਾ ਸੀਗਾ ਕਿ ਮੁੰਡਾ ਹੋਣਾ ਬਹੁਤ ਜ਼ਰੂਰੀ ਆ। ਗੁੱਸਾ ਨਾ ਕਰਿਓ, ਪਰ ਤੁਸੀਂ ਕਦੇ ਐਵੇਂ ਸੋਚਦੇ ਹੁੰਦੇ ਸੀਗੇ ਜਾਂ ਤੁਹਾਨੂੰ ਲੱਗਦਾ ਸੀਗਾ ਕਿ ਮੇਰੇ ਵੀ ਖਿਆਲ ਮੁੰਡਾ- ਅੱਜ ਵੀ ਜਾਂਦਾ ਸੀ ਅੱਛਾ ਮਾਹੌਲ ਦੇ ਮੁਤਾਬਕ ਵੀ ਇੱਕ ਬੱਚਾ ਹੋਵੇ ਤੇ ਉਹ ਕੁੜੀਆਂ ਤਾਂ ਚਲੀਆਂ ਜਾਣਾ ਤਾਂ ਕੋਈ ਨਾ ਕੋਈ ਸਹਾਰਾ ਬਣਦਾ ਪਰ ਕੋਈ ਨਹੀਂ ਜੀ ਬਣਦਾ ਉਹ ਠੀਕ ਹੈ ਮਾਨ ਬੜਾ ਅੱਛਾ ਲੱਗਦਾ ਖੁਸ਼ੀ ਹੁੰਦੀ ਹੈ ਐਸੀ ਭਰਾ ਦੋ ਛੋਟੇ ਕੋਈ ਕਾਮਯਾਬ ਨਹੀਂ ਨਿਕਲੀ फादर इतने लायक ਤੇ ਬੱਚਾ ਕੋਈ ਲਾਇਕ ਨਹੀਂ ਤੁਹਾਡੇ ਭਰਾ ਦੋਵੇਂ ਹਾਂ ਤੇ ਠੀਕ ਚਲੋ ਜੇ ਟਾਈਮ ਤੇ ਨਿਕਲ ਗਈ ठीक है अपन ठीक रहना जो भी करना सब कुछ ठीक चलता तो ਵਿਜੇ ਜਦੋਂ ਤੁਸੀਂ ਸੋਚਿਆ ਕਿ ਜਿਵੇਂ ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋਈ ਸੀਗੀ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਆਦਾ ਮਹਿਸੂਸ ਹੋਣ ਲੱਗਿਆ ਕਿ ਹੁਣ ਮੈਂ ਇਕੱਲੀ ਹਾਂ ਜਾਂ ਮੈਂ ਕੁਝ ਨਹੀਂ ਕੀਤਾ ਜਾਂ नहीं बेटे बेटे कल ही सन है इसी थोड़ी देर रही पहले एक गए कल ही कुछ कर गया ਇਹਨਾਂ ਦੀ ਮਦਦ ਦਾ ਵੀ ਬੜਾ ਮਦਦ ਕਰਦੇ ਅੱਛਾ ਉਹ ਇਹਨਾਂ ਨੂੰ ਕਹਿੰਦੇ ਉਹਨਾਂ ਲੈ ਆ ਕੱਲੀ ਕਿਉਂ ਰਹਿੰਦੀ ਠੀਕ ਹੈ ਲੈ ਗਏ ਮੈਨੂੰ ठीक है पर बड़ा अच्छा टाइम निकल गया बड़ी केयर कर दी सुन सारा जो दिन लग गया टाइम निकल जाए ठीक है किसी गल का फिक्र था करना ਸਾਰੇ ਬੱਚੇ ਵਿਆਹ ਕੇ ਤੁਸੀਂ ਦੋਵੇਂ ਕਿੰਨਾ ਟਾਈਮ ਇਕੱਲੇ ਰਹੇ ਤੇ ਉਦੋਂ ਤੁਸੀਂ ਕਿਵੇਂ ਸਮਾਂ ਬਤੀਤ ਕਰਦੇ ਹੁੰਦੇ ਸੀ? इसी तरह बेटा बच्चे जो मैं बच्चे कोल सी मैनू किते बाहर नहीं सी लैके जाते ਅੱਛਾ भी कुड़ियां कलियां धियां दी मां बाहर नहीं जाती ਅੱਛਾ ਇਹੋ ਕਹਿੰਦੇ ਨੇ ਧੀਆਂ ਦੀ ਮਾਂ ਬਾਹਰ ਨਹੀਂ ਜਾਂਦੀ ਅੱਛਾ ਇਹਨੂੰ ਦੇਖੋ ਕੁੜੀਆਂ ਦੀ ਰੱਖ ਕੁੜੀਆਂ ਨੂੰ ਕੱਲਾ ਨਹੀਂ ਛੱਡਣਾ ਫਿਰ ਨਹੀਂ ਜਦੋਂ ਇਹ ਬੱਚੇ ਵਿਆਹੇ ਗਏ 2-3 ਸਾਲ ਹੀ ਰਹੀ 76 ਵਿਆਹ 86 ਇਹਦਾ ਵਿਆਹ ਹੋਇਆ ਅੱਛਾ ਤੇ 2008 ਚ ਵੀ ਇੰਨੇ ਸਾਲ ਨਾਲ ਕਰੀ ਫਿਰ ਇਹ ਸੀ ਇਹਨਾਂ ਦੀ ਫੈਮਿਲੀ ਰਿਟਾਇਰਡ ਸਾਰੇ ਅੱਛਾ ਰਿਸ਼ਤੇਦਾਰ ਕੁੜਮ ਭਰਾ ਭੈਣਾਂ ਸਾਰੇ ਜਣੇ ਇਕੱਠੇ ਹੁੰਦੇ ਸਨ ਅੱਛਾ ਹਰ ਹਫਤੇ ਬਾਅਦ ਫਿਰ ਬੈਠ ਕੇ ਆਪਣੀ ਸ਼ੌਕੀਆ ਤਾਸ਼ ਖੇਡਦੇ ਅੱਛਾ 16 ਜਣੇ ਸਨ ਅੱਛਾ 11 ਵਜੇ ਆਣਾ ਸਵੇਰੇ ਕੌਫੀ ਪੀਣੀ ਫਿਰ ਬੈਠ ਕੇ ਤਾਸ਼ ਖੇਡਣ ਲੱਗ ਜਾਣਾ ਫਿਰ ਲੰਚ ਲੈਣਾ ਫਿਰ ਤਾਸ਼ ਖੇਡਣੀ ਅੱਛਾ ਸ਼ਾਮ ਦੇ 5 ਵਜੇ ਤੱਕ ਚਾਹ ਪੀਤੇ ਤੋਂ ਪਹਿਲੇ ਕੋਈ ਨਹੀਂ ਸੀ ਉੱਠਦਾ ਅੱਛਾ ਹਰ ਇੱਕ ਨੇ ਕੋਈ ਕਿਸੇ ਨੇ ਬਾਜ਼ਾਰੋਂ ਚੀਜ਼ ਮੰਗਾ ਲੈਣੀ ਕਿਸੇ ਨੇ ਕਿੱਧਰੋਂ ਮੰਗਾ ਲੈਣੀ ਪਰ ਮੈਂ ਜਿਹੜੀ ਸੀ ਮੈਂ ਆਪਣੀ ਚੀਜ਼ਾਂ ਆਪੇ ਕਰਦੀ ਸਾਰੀ ਚੀਜ਼ ਕਰਦੀ ਕੋਈ ਨਾ ਕੋਈ ਨਵੀਂ ਚੀਜ਼ ਬਣਾ ਕੇ ਰੱਖਦੀ ਸਾਰੇ ਨੂੰ ਉਹੀ ਸ਼ਾਮ ਦੀ ਚਾਹ ਤੇ ਪਿਆ ਫਿਰ ਬੜੇ ਵਧੀਆ ਰੌਣਕ ਲੱਗੀ ਰਹਿੰਦੀ ਸੀ ਜਦੋਂ ਇਹ ਗਏ ਨੇ ਫਿਰ ਹੌਲੀ ਹੌਲੀ ਸਾਰੇ ਚਲੇ ਗਏ ਇੱਕ ਜਣਾ ਰਹਿ ਗਿਆ ਅੱਛਾ ਜੀ ਇੱਕ ਉਹ ਵੀ ਇੱਥੇ ਉਹ ਕੁੜਮਾ ਚੋਂ ਅੱਛਾ ਵਿੱਚ ਹੀ ਲੜਕੀ ਦਾ ਨਾ ਪਤਿਆ ਦਾ ਉਹ ਫੈਮਿਲੀ ਠੀਕ ਉਹ ਗਵਰਨਮੈਂਟ ਕਾਲਜ ਉਹਨਾਂ ਦੀ ਨੂੰ ਪ੍ਰੋਫੈਸਰ ਅੱਛਾ ਚਲੀ ਬਸ ਸਭ ਬਾਕੀ ਸਭ ਫਿਰ ਹੁਣ ਮੈਂ ਇਹਨੇ ਦੇ ਨਾਲ ਜਿੰਨੀ ਦੇਰ ਉਹ ਆਪ ਰਹੇ ਜਦੋਂ ਬੱਚੇ ਕਰਨਾ ਉਹਨੇ ਛੁੱਟੀ ਹੋਣੀ
जो कुछ होना मेरी मदर भी ਨਾਲ ਨਹੀਂ ਆਉਣਾ ਉਹਨੇ ਕਹਿਣਾ ਮੈਂ ਬੈਠੀ ਤੂੰ ਜਾ ਅੱਛਾ ਫਿਰ ਉਹਨਾਂ ਨੇ ਮੈਨੂੰ ਭੇਜ ਦਿੱਤਾ ਇਹਨਾਂ ਦੇ ਨਾਲ ਮੈਂ ਤਾਸ਼ ਖੇਡਣ ਚਲੀ ਅੱਛਾ ਤਾਸ਼ ਮੈਂ ਨਹੀਂ ਖੇਡਦੀ ਮਗਰ ਮੈਂ ਆਪਣਾ ਕੰਮ ਨਾਲ ਲੈ ਕੇ ਜਾਂਦੀ ਸਾਂ ਮੈਨੂੰ ਤਾਸ਼ ਦਾ ਸ਼ੌਕ ਮੈਂ ਨਹੀਂ ਖੇਡਦੀ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਆਪਣਾ ਕੰਮ ਨਾਲ ਲੈ ਮੈਂ ਬੈਠੀ ਆਪਣਾ ਕੰਮ ਕਰਦੀ ਨਿਟਿੰਗ ਕਰਦੀ ਰਹਿਣੀ ਜਾਂ ਉਹ ਬੀਜ ਕਰਦੀ ਰਹਿਣਾ ਕੁਛ ਨਾ ਕੁਛ ਵਿਹਲੀ ਨਹੀਂ ਬੈਠਾ ਅੱਛਾ ਸਭ ਕਰ ਤੁਸੀਂ ਚੰਡੀਗੜ੍ਹ ਕਦੋਂ ਆਏ ਸੀਗੇ 80 ਰਿਟਾਇਰ ਅੱਛਾ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਤੁਸੀਂ ਫਿਰ ਇੱਥੇ ਆਏ ਇੱਥੇ ਆ। ਅੱਛਾ ਜੀ ਇਹਨਾਂ ਨੂੰ ਜੋਬ ਮਿਲ ਗਈ ਫਿਰ ਅਸੀਂ ਇੱਥੇ ਆ। ਅੱਛਾ ਫਿਰ ਥੋੜੇ ਸਾਲ ਹੀ ਰਹੇ ਦਾਈ ਵੱਜ ਚੁੱਕੀ ਸੀ ਤਕਲੀਫ ਲੱਗ ਗਈ ਤੇ ਫਿਰ ਅੱਛਾ ਚਲੋ ਕੱਲ ਇਸ ਤਰ੍ਹਾਂ ਕਰਕੇ ਸਾਰਾ ਹੀ ਜਾਨ ਦੇ ਨਾਲ ਮਾਹੌਲ ਹੀ ਖਰਾਬ ਜਿੰਨੀ ਦੇਰ ਇਹ ਜਿਹੜੇ ਮੈਨੂੰ ਨਾਲ ਲੈ ਕੇ ਜਾਂਦੇ ਸੀ ਅੱਛਾ ਉਸ ਤੋਂ ਪਹਿਲਾਂ ਮੈਂ ਨਹੀਂ ਕੀਤੀ ਬੱਚਿਆਂ ਨੂੰ ਛੱਡ ਕੇ ਨਹੀਂ ਅੱਛਾ ਨਹੀਂ ਲੈ ਜਾਂਦੇ ਸੀ ਕਿ ਧੀਆਂ ਦੀ ਮਾਂ ਬਾਹਰ ਨਹੀਂ ਜਾਂਦੀ ਇਹ ਸਿੱਧਾ ਲਫ਼ਜ਼ ਹੈ ਕਿ ਧੀਆਂ ਦੀ ਮਾਂ ਬਾਹਰ ਨਹੀਂ ਮੈਨੂੰ ਤਾਸ਼ ਬਹੁਤ ਚੰਗੀ ਲੱਗਦੀ ਨਾਲੇ ਆਪਣੀ ਫੈਮਿਲੀ ਇਕੱਠੀ ਹੁੰਦੀ ਬਾਹਰ ਦਾ ਕੋਈ ਨਹੀਂ ਅੱਛਾ ਸਾਰੇ ਰਿਟਾਇਰਡ ਠੀਕ ਹੈ ਰਿਟਾਇਰ ਬੰਦਿਆਂ ਨੂੰ ਬੈਠ ਕੇ ਖੇਡਦੇ ਬੜਾ ਸੋਹਣਾ ਦਿਲ ਲੱਗਾ ਹੈ ਵਿਜੇ ਤੁਸੀਂ ਆਪਣੀ ਪੂਰੀ ਜ਼ਿੰਦਗੀ 'ਚ ਪੰਜਾਬ ਤੋਂ ਬਾਹਰ ਕਦੇ ਕਿਤੇ ਘੁੰਮਣ ਗਏ ਬੰਬੇ ਜਾਈ ਬੰਬੇ ਜਾਂਦੇ ਸੀਗੇ ਬੰਬੇ ਮੇਰੀ ਭੈਣ ਰਹਿੰਦੀ ਅੱਛਾ 2 ਭੈਣਾਂ ਰਹਿੰਦੀਆਂ ਸੀ ਉਹ ਅਜੇ ਵੀ ਹੈ ਅੱਛਾ ਤੇ ਉਹਨਾਂ ਕੋਲ ਉਹ ਬੁਲਾਉਂਦੇ ਸਨ ਫਿਰ ਉਹਨਾਂ ਥੋੜੇ ਦਿਨ ਜਾ ਕੇ ਵਾਪਸ ਅੱਛਾ ਫਿਰ ਬੱਚਿਆਂ ਨੂੰ ਛੱਡ ਕੇ ਨਹੀਂ ਗਏ ਕੋਈ ਨਾ ਕੋਈ ਘਰ ਹੋਵੇ ਤਾਂ ਬੱਚਿਆਂ ਨੂੰ ਛੱਡ ਜਾਂ ਨਾਲ ਲੈ ਕੇ ਜਾਵਾਂ ਨਾਲ ਜਾ ਕੇ ਫਿਰ ਬਹੁਤ ਤੇ ਆਪ ਹੋਆ ਇਹਨਾਂ ਨੇ ਕਾਰੋ ਨਾ ਮੈਂ ਸਾਰਾ ਕੁਛ ਆਰਾਮ ਦੇ ਨਾਲ ਜ਼ਿੰਦਗੀ ਬੜੀ ਕਾਮ ਕੁਆਇਟ ਠੀਕ ਕੁਛ ਨਹੀਂ ਕੋਈ ਐਸਾ ਨਹੀਂ ਤਕਲੀਫ ਨਹੀਂ ਆਰਾਮ ਦੀ ਚੀਜ਼ ਸਾਦੀ ਸਿੰਪਲ बड़ी ठीक बच्चे ठीक अपो अपनी करी सब ठीक ਤੁਹਾਡੀ ਬੇਟੀ ਆਰਮੀ ਚ ਆ ਜਾਂ ਫਿਰ बेटा जवाई ਅੱਛਾ ਜਵਾਈ ਤੁਹਾਡਾ ਆਰਮੀ ਚ ਸੀ आर्मी ਠੀਕ ਹੈ ਤੇ ਬੀਜੀ ਫਿਰ ਤੁਸੀਂ ਕੀ ਹੁਣ ਕੀ ਬਣਾਉਣ ਲੱਗੇ ਬੇਸਨ ਦੀ ਬਰਫੀ ਤੋਂ ਸ਼ੁਰੂ ਕੀਤਾ ਸੀ ਫਿਰ ਟਮਾਟਰਾਂ ਦੀ ਚਟਨੀ ਤੇ ਹੁਣ ਕੀ ਬਣਾਉਂਦੇ ਹੋ ਹੁਣ ਅੱਜ ਕੱਲ੍ਹ ਤਾਂ ਜੇ ਇਹੋ ਹੀ ਚੱਲਦਾ ਅੱਛਾ ਅਚਾਰ ਬਣਾਉਂਦੇ ਹੋ ਅਚਾਰ ਬਣਾਉਣੇ ਤੇ ਬਾਅਦ ਵਿੱਚ ਹੁਣ ਮੌਸਮ ਆ ਰਿਹਾ ਸ਼ਰਬਤ ਸ਼ਕੰਜੀਆਂ ਆਈਸਕ੍ਰੀਮ ਇਹ ਚੀਜ਼ ਬਣ ਅੱਛਾ ਬਦਾਮਾਂ ਦਾ ਸ਼ਰਬਤ ਬਣ ਜਾਏਗਾ ਅੱਛਾ ਤੇ ਇਹਦਾ ਟੈਂਜਰੀਨ ਦਾ ਸ਼ਰਬਤ ਸ਼ਿਕਾਇਤ ਦੀ ਬੜੀ ਟੇਸਟੀ ਹੁੰਦੀ ਅੱਛਾ ਹਾਂ ਠੀਕ ਹੈ ਇਹਦਾ ਮਾਮਲੇਟ ਬਣ ਜਾਏਗਾ ਜਿਸ ਤਰ੍ਹਾਂ ਜ਼ਰੂਰਤ ਹੈ ਉਹਦੇ ਮੁਤਾਬਕ ਸਭ ਉਸੇ ਤਰ੍ਹਾਂ ਸਰਦੀਆਂ 'ਚ ਹਲਵੇ ਗੁੜ ਦਾ ਹਲਵਾ ਚੀਨੀ ਦਾ ਹਲਵਾ ਤੇ ਗਾਜਰਾਂ ਦਾ ਹਲਵਾ ਮਿੱਠੀਆਂ ਚੀਜ਼ਾਂ ਜਿਹੜੀਆਂ ਵੀ ਬਣ ਸਕਦੀਆਂ ਬਣਾ ਚੌਲ ਮਿੱਠੇ ਗਾਜਰਾਂ ਵਾਲੇ ਬਣਾਉਣੇ ਅੱਛਾ ਹਾਂ ਇਹ ਸਰਦੀਆਂ ਦਾ ਨੇ ਤੁਹਾਨੂੰ ਮਿੱਠਾ ਬਹੁਤ ਪਸੰਦ ਹੈ ਨਾ ਹੁਣ ਘੱਟ ਰਿਹਾ ਪਰ ਮੇਰਾ ਮਿੱਠਾ ਮਨ ਬਹੁਤ ਅੱਛਾ ਕਿਉਂਕਿ ਜਿਹੜੇ ਮਿਲਦੇ ਵਿੱਚ ਸਾਰੇ ਮਿੱਠਾ ਖਾਣ ਵਾਲੇ ਨੇ ਅੱਛਾ ਸਾਰੇ ਸ਼ੌਕ ਰੱਖਦੇ ਫਿਰ ਹੁਣ ਆਪੋ ਆਪਣੇ ਕਦੀ ਬਣਾਉਂਦੇ ਉਹਨਾਂ ਨੂੰ ਸਾਰੇ ਕੋਈ ਕਿਤੇ ਤੇ ਕੋਈ ਚਲੇ ਗਏ ਕੋਈ ਰਹਿ ਗਏ ਬਸ ਹੋਰ ਤੁਹਾਨੂੰ ਕੀ ਪਸੰਦ ਹੈ ਖਾਣ ਪੀਣ ਚ ਖਾਣ ਪੀਣ ਚ ਜੋ ਮਿਲ ਜਾਏ ਸਭ ਕੁਝ ਠੀਕ ਹੈ ਸਭ ਵਧੀਆ ਲੱਗਦਾ ਤੁਹਾਨੂੰ ਹਾਂਜੀ ਸਾਰਾ ਕੁਝ ਬਹੁਤ ਸਭ ਕੁਝ ਖਾਈਦਾ ਕੋਈ ਐਸੀ ਚੀਜ਼ ਨੌਨ ਵੈਜ ਵੀ ਖਾਈਦਾ ਸਾਦੀ ਸਿੰਪਲ ਰੋਟੀ ਵੀ ਖਾਈਦੀ ਜੋ ਠੀਕ ਟਾਈਮ ਤੇ ਜੋ ਬਣੇ ਠੀਕ ਬਸ ਹੁਣ ਜਦੋਂ ਦੂਰ ਤੱਕ ਤੁਹਾਡੀ ਬਰਫੀ ਜਾਂਦੀ ਆ ਕਿੱਥੇ ਤੁਸੀਂ ਥੋੜੀ ਜਿਹੀ ਬਰਫੀ ਬਣਾਈ ਤੁਸੀਂ ਇੱਕ ਮੰਡੀ 'ਚ ਜਾ ਕੇ ਵੇਚ ਆਏ ਹੁਣ ਦੇਖੋ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾਂਦੀ ਆ
ਤੇ ਉਹ ਜਦੋਂ ਖਾ ਕੇ ਤੁਹਾਨੂੰ ਵਾਪਸ ਦੱਸਦੇ ਹੋਣਗੇ ਸਾਨੂੰ ਕਿਵੇਂ ਲੱਗਿਆ, ਫਿਰ ਬੇਟੇ ਤੁਹਾਨੂੰ ਬਹੁਤ ਕਿਵੇਂ ਲੱਗਦਾ? ਅੱਛਾ, ਬਹੁਤ ਅੱਛਾ। ਅੱਛਾ। ਪਹਿਲੇ ਪਹਿਲੇ ਮੈਨੂੰ ਆਨੰਦ ਮਿੰਦਰਾ ਨੇ ਅੱਛਾ। ਉਹਨਾਂ ਨੇ ਠੀਕ ਹੈ। ਮੈਨੂੰ ਬਹੁਤ ਅੱਛਾ ਲੱਗਾ ਕੁਛ ਹਾਂ ਹਾਂ ਜਾਣ ਨਾ ਪਛਾਣ ਨਾ ਕੁਛ ਨਹੀਂ ਬਿਲਕੁਲ। ਹਾਂ। ਤੇ ਉਹਨੇ ਹੂੰ ਬੜੀ ਪ੍ਰੇਜ਼ ਕੀਤੀ, ਹੂੰ ਉਹਨੂੰ ਬਹੁਤ ਅੱਛਾ ਲੱਗਾ। ਹਾਂ ਫਿਰ ਤੁਹਾਡੇ ਬਾਰੇ ਮੈਂ ਬਹੁਤ ਉਹਦਾ ਸੋਹਣਾ ਲਿਖਿਆ ਥੈਂਕਸ ਸੀ। ਕੀਤਾ ਮੈਂ ਉਹਦਾ, ਹੂੰ ਜਿਵੇਂ ਵਾਹਿਗੁਰੂ ਬੜੀ ਸਿਹਤ ਦੇਵੇ, ਠੀਕ ਠਾਕ ਲੱਗੇ। ਹੂੰ ਫਿਰ ਇੱਕ ਕਾਲਜ ਦੇ ਵਿੱਚ ਹੂੰ ਕੁੜੀ ਨੇ ਇੱਕ ਕਿਤਾਬ ਪਬਲਿਸ਼ ਕਰਨੀ ਸੀ, ਅੱਛਾ ਉਹਨੇ ਬੁਲਾਇਆ ਅੱਛਾ ਤੁਹਾਨੂੰ। ਕਾਲਜ 'ਚ, ਪਹਿਲਾਂ ਸਟੇਟ ਕਾਲਜ ਸੀ, ਪਤਾ ਨਹੀਂ ਕਿਹੜਾ ਸੀ, ਹੂੰ ਉੱਥੇ ਉਹਨੇ ਬੁਲਾਇਆ ਤੇ ਨਾਲ ਹੀ ਉਹਨੇ ਕਹਿ ਦਿੱਤਾ ਵੀ 4 ਡੱਬੇ ਤੁਸੀਂ ਬੇਸਣ ਦੀ ਬਰਫੀ ਦੇ ਬਣਾ ਕੇ ਲਿਆਉਣਾ। ਅੱਛਾ। ਅਸੀਂ ਲੈ ਗਏ ਦੋਵੇਂ ਜਣੀਆਂ। ਹੂੰ ਤੇ ਤੁਸੀਂ ਸਮਝ ਨਹੀਂ ਆਉਂਦੀ ਬੇਟਾ ਹੂੰ ਕਿ ਕਿਸ ਤਰ੍ਹਾਂ ਲੋਕਾਂ ਨੇ ਖਾਧਾ। ਅੱਛਾ। 4 ਡੱਬਿਆਂ ਦਾ ਨਹੀਂ ਪਤਾ ਲੱਗਾ ਮੈਨੂੰ ਵੀ ਕਿੱਥੇ ਗਏ। ਅੱਛਾ ਠੀਕ ਜਿਹੜੀ ਹੈ। ਕਿਤਾਬ ਤੱਕ ਉਹਨਾਂ ਨੇ ਦੇਣੀ ਸੀ ਸਾਰਿਆਂ ਨੇ ਦਿੱਤੀ, ਸਭ ਕੁਝ ਦਿੱਤਾ, ਹੂੰ ਪਰ ਉਹਨਾਂ ਨੇ ਜਿਹੜੀ ਪਿੱਛੋਂ ਚਾਹ ਪੀਣ ਲੱਗੀ ਬਰਫੀ ਦੇਣੀ ਸੀ ਉਹਨਾਂ ਨੂੰ, ਸਾਰਿਆਂ ਨੂੰ ਬੜੇ ਸ਼ੌਕ। ਹੂੰ ਜਿੰਨੇ ਜਿੰਨੇ ਖਾਧੀ ਉਹਨਾਂ ਨੇ ਅੱਗੇ ਕੁਝ ਨਾ ਕੁਝ ਕਿਹਾ ਹੀ ਹੋਊ। ਹੂੰ ਇਹ ਪਹਿਲੇ ਬਰਫੀ ਮੈਂ ਸਾਰੀ ਉਮਰ ਹੀ ਬਣਾਉਂਦੀ, ਹੂੰ ਜਦੋਂ ਤੋਂ ਬਣਾਉਣ ਲੱਗੀ ਬਣਾਉਂਦੀ ਨਹੀਂ। ਮੈਂ ਆਪਣੇ ਸਾਰੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਜਾਣ ਲੱਗਿਆ, ਕਿੱਧਰ ਤੁਰਨ ਲੱਗਿਆ ਜਾਂ ਉੱਥੇ ਬੈਠਿਆਂ ਪਹੁੰਚਾਉਂਦੀ। ਅੱਛਾ ਜਿਹੜਾ ਕੋਈ ਆਉਂਦਾ ਸੀ ਮੰਗਵਾ ਹੀ ਲੈਂਦੇ ਸੀ, ਅੱਛਾ ਸਾਰੇ ਖਾਂਦੇ, ਸਾਰਿਆਂ ਨੂੰ ਖਾਧੀ। ਹੂੰ ਫਿਰ ਹੁਣ ਪਿੱਛੋਂ ਫਿਰ ਇਹ ਸ਼ੁਰੂ ਹੋ ਗਿਆ। ਅੱਛਾ ਠੀਕ ਹੈ ਪਹਿਲੇ ਤਾਂ ਅਸੀਂ ਆਪਸ ਵਿੱਚ ਘਰ ਖਾਂਦੇ, ਠੀਕ ਹੈ। ਦੂਰ ਦੇ ਰਿਸ਼ਤੇਦਾਰ ਵੀ ਸਾਰੇ, ਸਭ ਨੂੰ ਚੰਗੀ ਬਣ, ਜਿੱਥੇ ਉਹਨਾਂ ਨੂੰ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਦੇ ਦੇਣੀ, ਜਿੰਨੀ ਬਣਾਉਣੀ ਸਾਡੇ ਭੈਣ ਭਰਾ ਨੂੰ। ਵਿਜੇ, ਸਾਡੇ ਮਦਰ ਕਹਿੰਦੇ ਹੁੰਦੇ ਨੇ ਵੀ ਜਿਹੜੇ ਮਨ ਨਾਲ ਤੁਸੀਂ ਕੋਈ ਚੀਜ਼ ਬਣਾਉਂਦੇ ਹੋ, ਖਾਣਾ ਬਣਾਉਂਦੇ ਹੋ, ਖਾਸ ਤੌਰ ਤੇ ਵੀ ਜਦੋਂ ਕੋਈ ਉਸ ਖਾਣੇ ਨੂੰ ਜਦੋਂ ਬੰਦਾ ਕੋਈ ਖਾਂਦਾ ਆ ਤਾਂ ਉਹਦਾ ਮਨ ਵੀ ਉਹ ਜਿਹਾ ਹੋ ਜਾਂਦਾ ਆ। ਹਾਂ ਤੇ ਤੁਸੀਂ ਜਦੋਂ ਬਣਾਉਂਦੇ ਹੋ, ਤੁਸੀਂ ਕਿਵੇਂ ਬਣਾਉਂਦੇ ਹੋ? ਬੇਟਾ ਮੈਂ ਜਿਹੜੀ ਬਣਾਉਣੀ ਉਹ ਸਭ ਦੇ ਇੰਟਰਸਟ ਵਾਸਤੇ ਅੱਛਾ। ਵੀ ਇਹਨੂੰ ਚਾਹੀਦੀ ਹੈ, ਇਹਨੂੰ ਖਾਣੀ। ਫਿਰ ਮੈਂ ਆਪਣੇ ਨੂੰ ਦੇਖਦੀ ਟੇਸਟ ਕਰਨੀ ਵੀ ਚੀਨੀ ਕਿੰਨੀ, ਬਹੁਤੀ ਨਾ ਹੋਵੇ, ਬੇਸਣ ਭੁੱਜਾ ਠੀਕ ਤਰ੍ਹਾਂ ਕਰੇ, ਸਾਰਾ ਦੇਖ ਕੇ ਫਿਰ ਮੈਂ ਹਾਂ ਕਰਨੀ ਵੀ ਹੁਣ ਪਾਣੀ। ਉਦੋਂ ਮੇਰੇ 'ਚ ਤਾਕਤ ਨਹੀਂ ਸੀ, ਹੁਣ ਮੇਰੇ 'ਚ ਤਾਕਤ ਨਹੀਂ। ਉਦੋਂ ਮੈਂ ਸਾਰੇ ਕੰਮ ਕਰਦੀ ਸਾਂ ਤੇ ਫਿਰ ਸਾਰੇ ਕੜਾਹੀਆਂ ਚੁੱਕ ਚਾਕ ਰੱਖ ਪਕੜ। ਤੇ ਹੁਣ ਜਿਹੜੀ ਆ, ਹੁਣ ਕੜਛੀ ਵੀ ਫੇਰਨੀ ਆ। ਹੁਣ ਮੈਨੂੰ ਹੈਲਪ ਦੀ ਜ਼ਰੂਰਤ ਹੈ। ਹੁਣ ਮੈਂ ਉਹ ਬੱਚੇ ਨੂੰ ਕਿਹਾ ਵੀ ਤੁਸੀਂ ਸੰਭਾਲ ਕੇ। ਮੈਂ ਬੇਟੇ ਉਹ ਬਣਾ, ਮੈਂ ਬੈਠ ਰਹੀ ਹਾਂ ਤੇ ਉਹ ਬਣਵਾ ਕੇ। ਨਹੀਂ, ਬਹੁਤ ਚੰਗੀ ਗੱਲ ਆ ਵੀ ਤੁਸੀਂ ਆਪਣਾ ਹੁਨਰ ਹੁਣ ਅੱਗੇ ਅਗਲੀ ਪੀੜ੍ਹੀ ਨੂੰ ਵੀ ਦੇ ਰਹੇ ਹੋ। ਉਹ ਚੰਗੇ ਸ਼ੈਫ ਹੈ, ਉਹ ਬੜਾ ਸਿਆਣਾ, ਬੜਾ ਲਾਇਕ, ਖਾਣਾ ਬੜਾ ਉਹਦਾ ਬਹੁਤ ਅੱਛਾ। ਤੇ ਉਹਨੇ ਜਿਵੇਂ ਤੁਸੀਂ ਸਾਰੀ ਉਮਰ ਆਪ ਬਣਾਇਆ ਨਾ, ਤੁਸੀਂ ਖਾਣਾ ਆਪਣਾ ਆਪ ਬਣਾਉਂਦੇ ਸੀ, ਤੁਸੀਂ ਬਾਹਰੋਂ ਨਹੀਂ ਸੀ ਲਿਆ ਕੇ ਕਦੇ ਖਾਂਦੇ, ਤੁਹਾਨੂੰ ਦੂਜੇ ਦੇ ਹੱਥ ਦੀ ਚੀਜ਼ ਬਣਾਈ ਚੰਗੀ ਲੱਗਦੀ ਆ? ਬੇਟੇ ਆਪਣੀ ਫੈਮਿਲੀ ਦੀ ਖਾਧੀ। ਅੱਛਾ। ਬਾਜ਼ਾਰ ਤਾਂ ਖਾਂਦੇ ਨਹੀਂ, ਆਪਣੀ ਫੈਮਿਲੀ ਘਰ ਆਪਣੇ ਚੀਜ਼ਾਂ ਤੋਂ ਖਾਈ। ਜਦੋਂ ਤੁਸੀਂ ਕਿਸੇ ਦੇ ਹੱਥ ਦਾ ਬਣਾਇਆ ਖਾਣਾ ਖਾਂਦੇ ਹੋ, ਜਿਵੇਂ ਪਰਿਵਾਰ ਦੇ ਵਿੱਚੋਂ, ਤੁਹਾਨੂੰ ਸਵਾਦ ਲੱਗ ਜਾਂਦਾ? ਬੜੇ ਕਈਆਂ ਆਪਣਾ ਦਾ ਸਵਾਦ ਬਹੁਤ ਅੱਛਾ ਲੱਗਦਾ। ਠੀਕ ਹੈ। ਹਾਂ ਨਾ ਬੇਟੇ, ਅੱਛਾ ਬਣਾਉਂਦੇ, ਸਾਰੇ ਹੀ ਅੱਛੇ ਬਣਾਉਂਦੇ। ਮੇਰੀ ਨਨਾਣ ਰੋਮ ਰਹਿ ਕੇ ਆਈ 4 ਸਾਲ। ਅੱਛਾ ਜੀ। ਤੇ ਉਹ ਬੜੀ ਐਕਸਪਰਟ ਹੋ ਗਈ। ਅੱਛਾ। ਹਰ ਕੰਮ 'ਚ ਉੱਥੇ ਸਿੱਖ ਗਈ ਸਭ ਕੁਝ। ਅੱਛਾ। ਬੜੇ ਉਹਦੇ ਕੋਲ ਕਈ ਸਿੱਖ ਲੈਂਦੇ, ਉਹਦੀ ਬਣੀ ਚੀਜ਼ ਖਾ ਕੇ ਫਿਰ ਆਪ ਜਾ ਕੇ ਟਰਾਈ ਕਰਦੀ। ਫਿਰ ਪੁੱਛ ਲੈਣਾ, ਜਿੱਥੋਂ ਨਾ ਪਤਾ ਲੱਗਾ ਯਾਦ ਰਹੇ ਪੁੱਛ ਲੈਣਾ, ਉਹਨਾਂ ਨੂੰ ਉਸੇ ਵੇਲੇ ਦੱਸ। ਵਿਜੀ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਤੁਹਾਡਾ ਅਸੀਂ ਸ਼ੁਕਰੀਆ ਕਰਦੇ ਹਾਂ। ਅਤੇ ਤੁਸੀਂ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਇੱਕ ਪ੍ਰੇਰਨਾ ਹੋ
ਮੈਂ ਚਾਹੁੰਦੀ ਹਾਂ ਵੀ ਤੁਸੀਂ ਖਾਸ ਤੌਰ ਤੇ ਉਹਨਾਂ ਔਰਤਾਂ ਦੇ ਲਈ, ਉਹਨਾਂ ਕੁੜੀਆਂ ਦੇ ਲਈ ਕੁਝ ਜ਼ਰੂਰ ਕਹੋ, ਜਾਂ ਅੱਜ ਦੇ ਜਿੰਨੇ ਵੀ ਨੌਜਵਾਨ ਬੱਚੇ ਨੇ ਜਿਹੜੇ ਕਈ ਵਾਰੀ ਜ਼ਿੰਦਗੀ 'ਚ ਮੌਕਾ ਨਾ ਮਿਲਣ ਤੇ ਨਿਰਾਸ਼ ਹੋ ਜਾਂਦੇ ਇਹ ਨੇ। ਮੌਕਾ ਹੱਥ ਨਹੀਂ ਆਉਂਦਾ। ਸੁਸਤੀ ਛੱਡ ਕੇ ਆਪਣੇ ਕੰਮ 'ਚ ਮਿਹਨਤ 'ਚ ਦਿਲ ਲਗਾਓ। ਹਰ ਕੰਮ ਹਰ ਇੱਕ ਦੀ ਲੋੜ ਪੈਣੀ, ਘਰੋਗੀ ਕੰਮਾਂ ਦੀ ਵੀ ਪੈਣੀ ਹੈ, ਬਾਹਰ ਦੇ ਕੰਮਾਂ ਦੀ ਵੀ ਪੈਣੀ। ਕੋਈ ਵੀ ਕੰਮ ਤੁਸੀਂ ਬਾਹਰੋਂ ਕਰਾ ਲਓਗੇ, ਪਰ ਇਹ ਪੜ੍ਹਾਈ ਦਾ ਕੰਮ ਤਾਂ ਨਹੀਂ, ਉਹ ਤਾਂ ਤੁਸੀਂ ਆਪ ਹੀ ਕਰਨਾ। ਤੇ ਇਹ ਤੁਹਾਨੂੰ ਮਿਹਨਤ ਕਰਕੇ ਹਾਸਲ ਕਰਨਾ। ਇਹਦੇ ਕੀਤੀਆਂ ਤੁਹਾਡੀ ਜ਼ਿੰਦਗੀ ਉਂਝ ਬਣੇਗੀ, ਕੁਝ ਕਰਨ ਵਾਸਤੇ, ਅਗਾਂਹ ਵਧਣ ਵਾਸਤੇ। ਕੁਝ ਕਰੋਗੇ, ਵਧੋਗੇ, ਜਾਣੋਗੇ, ਤਾਂ ਤੁਸੀਂ ਕੁਝ ਕੰਮ ਅੱਗੇ ਵਧਾ ਸਕਦੇ। ਤੇ ਜੇ ਨਹੀਂ ਤਾਂ ਮੁਸ਼ਕਿਲ ਆਪਣੇ ਲਈ ਪਹਿਲੇ ਪੈਦਾ ਹੁੰਦੀ। ਇਹ ਨਾ ਚਾਹਿਆ ਕਿ ਬਚਪਨ ਤੋਂ ਥੋੜ੍ਹੀ ਬਹੁਤੀ ਜਿੰਨਾ ਕੁ ਹੋ ਸਕੇ ਆਦਤ ਬਣਾਉਣੀ ਚਾਹੀਦੀ। ਤੇ ਜਿੰਨਾ ਕਰੋ ਠੀਕ ਕਰੋ, ਘਬਰਾਓ ਨਹੀਂ। ਜੇ ਘਬਰਾਓਗੇ ਤਾਂ ਪਿੱਛੇ ਰਹਿ ਜਾਓਗੇ। ਜੇ ਕਰੋਗੇ ਵੱਧਦੇ ਜਾਓ। ਉਹ ਤੁਸੀਂ ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਇਹੋ ਹੀ ਸਮਝਾਉਣ ਦੀ ਗੱਲ ਕਰਨੀ ਹੈ। ਵਾਹਿਗੁਰੂ ਕਰੇ ਸਭ ਨੂੰ ਆਪਣੀ ਹਿੰਮਤ ਦੇਵੇ, ਆਪਣੇ ਪੈਰਾਂ 'ਤੇ ਆਪ ਖੜੇ। ਟਾਈਮ ਬਦਲ ਚੁੱਕਾ, ਕੋਈ ਨਹੀਂ ਕੁਛ ਕਰ ਸਕਦਾ। ਆਪਣੇ ਕੀਤੇ ਹੀ ਕੁਛ ਬਣਦਾ। ਅੱਗੋਂ ਤੁਸੀਂ ਆਪ ਕਰੋਗੇ, ਆਪਣੇ ਬੱਚੇ ਨੂੰ ਵੀ ਫੇਰ ਕਰਾਂਗੇ, ਉਹ ਵੀ ਕਰਨਗੇ। ਇਸੇ ਤਰ੍ਹਾਂ ਗਾਂ ਦੁਨੀਆਂ ਚੱਲਦੀ। ਜੋ ਕਰੋਗੇ ਤਾਂ ਕਰਾਓ, ਠੀਕ ਹੋ ਜਾਊ। ਵੈਸੇ ਤੇ ਤੁਹਾਡੀ ਕਹਾਣੀ ਹੈ ਜਿਹੜੀ, ਉਹ ਤੋਂ ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਕਿ ਕਿਸੇ ਵੀ ਉਮਰ 'ਤੇ ਜਾ ਕੇ ਤੁਸੀਂ ਕੋਈ ਵੀ ਕੰਮ ਸਿੱਖ ਸਕਦੇ ਹੋ। ਉਮਰ ਦਾ ਕੋਈ ਨਹੀਂ। ਹਾਂ, ਇਹ ਕੋਈ ਉਮਰ ਕਰਨ ਵਾਲਾ ਬਣੇ। ਕਰੋਗੇ ਤਾਂ ਹੀ ਕੋਈ। ਮਾਂ ਬਾਪ ਤਾਂ ਕਹਿੰਦੇ ਬੱਚੇ ਸੁਸਤੀ ਕਰ ਲੈਂਦੇ। ਸਹੀ ਗੱਲ, ਅਸੀਂ ਸੁਸਤ ਹੋ ਜਾਂਦੇ ਹਾਂ। ਸੁਸਤ ਮਾਵਾਂ ਨੂੰ ਦੇਖ ਕੇ ਵੈਸੇ ਹੀ ਸੁਸਤ ਹੋ ਜਾਂਦੇ। ਠੀਕ ਹੈ, ਮਾਂ ਤੇ ਮਾਂ ਨਾਲ ਪਿਆਰ ਹੁੰਦਾ, ਸਭ ਕੁਝ ਹੈ, ਪਰ ਜਿਹੜਾ ਕੰਮ ਕਰਨ ਵਾਲਾ ਉਹ ਕਰਨਾ ਹੀ। ਉਹਦੀ ਕੀਤੇ ਹੀ ਕੰਮ ਤੋਂ ਮਿਹਨਤ ਬੜਾ ਫਲ ਦਿੰਦੀ ਕਰਨ ਵਾਲੇ। ਬੀਜੀ ਕੋਈ ਹੋਰ ਤੁਹਾਡੇ ਦਿਲ ਦੀ ਇੱਦਾਂ ਹੈ ਕਿ ਮੈਂ ਹੁਣ ਮੈਂ ਆ ਸਿੱਖਣਾ ਚਾਹੁੰਦੀ ਹਾਂ, ਜਾਂ ਮੈਂ ਕੁਝ ਮੈਨੂੰ ਵੀ ਬੇਟਾ ਅਜੇ ਵੀ ਮੈਂ ਕਿਤੇ ਕੋਈ ਚੀਜ਼ ਦੇਖਣੀ ਹੈ, ਮੈਨੂੰ ਸ਼ੌਕ ਆਉਂਦਾ ਕਿ ਮੈਂ ਸਿੱਖਾਂ। ਅੱਛਾ, ਮੈਂ ਠੀਕ ਕਰ ਰਹੀ, ਮੇਰਾ ਦਿਲ ਚਾਹੁੰਦੀ ਖਾਂ ਮੈਂ ਬਣਾ ਕੇ ਦੇਖ। ਫਿਰ ਕਈ ਵਾਰੀ ਕਹਿ ਦਿੰਦੀ ਹਾਂ ਹੁਣ ਮੇਰਾ ਪਰ ਫਿਰ ਵੀ ਮੈਂ ਦੇਖਦੀ ਨਹੀਂ, ਕੋਲ ਖੜੀ ਰਹਿ। ਤੁਸੀਂ ਫੋਨ ਚਲਾ ਲੈਂਦੇ ਹੋ? ਹਾਂਜੀ, ਫੋਨ ਚਲਾ ਲੈਂਦੇ ਹੋ ਤੁਸੀਂ? ਫੋਨ, ਮੋਬਾਈਲ ਫੋਨ ਚਲਾ ਲੈਂਦੇ ਹੋ ਤੁਸੀਂ? ਹਾਂ ਚਲਾਨੀ, ਬਸ ਥੋੜਾ ਜਿਹਾ। ਅੱਛਾ, ਬਹੁਤ ਨਹੀਂ, ਮੈਨੂੰ ਬਹੁਤ ਸ਼ੌਕ ਨਹੀਂ। ਮੈਂ ਜਿਹਨੂੰ ਜ਼ਰੂਰੀ ਫੋਨ ਕਰਨਾ ਉਹ ਕਰਨਾ। ਅੱਛਾ, ਉਹਨਾਂ ਨੂੰ ਕਰਨੀ। ਫੋਨ ਤਾਂ ਰੱਖਿਆ ਹੈ ਤੇ ਫਿਰ ਜਿੰਨਾ ਜ਼ਰੂਰਤ। ਠੀਕ ਹੈ। ਮੈਂ ਬਹੁਤਾ ਕੁਛ ਨਹੀਂ, ਜਿਹੜੇ ਨਜ਼ਦੀਕ ਆਪਣੇ ਹੈ ਉਹਨਾਂ ਨੂੰ ਕਰ ਹਾਲ ਚਾਲ ਪੁੱਛਦੇ, ਦੁੱਖ ਦੁੱਖ। ਉਹ ਅੱਜ ਕੱਲ੍ਹ ਦਾ ਮਾਡਰਨ ਮੈਂ ਨਹੀਂ ਚਲਾ ਉਹ ਨਹੀਂ ਤੁਸੀਂ ਸੁਣਦੇ? ਨਹੀਂ। ਠੀਕ ਹੈ। ਹਾਂ ਨਹੀਂ ਚਲਾ। ਸੋ ਬੀਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਮੈਨੂੰ ਬੈਠੀ ਤੁਸੀਂ ਮਿਲ ਗਏ ਨਾ, ਉਹ ਬੜੀ ਖੁਸ਼ੀ। ਮੌਕਾ ਮਿਲਿਆ, ਕਦੀ ਮੌਕਾ ਮਿਲੇਗਾ ਮੈਂ ਇਸ ਤਰ੍ਹਾਂ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਾਂ। ਮੈਂ ਹੁਣ ਮੌਕਾ ਮਿਲਿਆ, ਬਹੁਤ ਅੱਛਾ ਲੱਗਾ। ਵਾਹਿਗੁਰੂ ਮਿਲਦਾ ਰਹੇ, ਮੌਕਾ ਮਿਲਦਾ ਰਹੇ, ਅਸੀਂ ਠੀਕ ਠਾਕ ਰਹੀਏ, ਸਭ ਤੁਸੀਂ ਵੀ ਠੀਕ ਠਾਕ ਰਹੋ। ਦਾਤਾ ਤੁਹਾਨੂੰ ਵੀ ਖੁਸ਼ ਰੱਖੇ, ਸਿਹਤ ਦੇਵੇ, ਚੜ੍ਹਦੀਆਂ ਕਲਾਂ ਰਹੋ, ਖੁਸ਼ ਹੱਸਦੇ ਖੇਡਦੇ ਰਹੋ। ਇਹ ਚੀਜ਼ ਦਾਤੇ ਅੱਗੇ ਅਰਦਾਸ ਕਰਿਆ ਕਰੋ, ਵਾਹਿਗੁਰੂ ਠੀਕ ਰੱਖੋ, ਸਿਹਤ ਦੇ ਦਿਓ। ਸਿਹਤ ਵਾਲੀ ਕੋਈ ਚੀਜ਼ ਸਭ ਬੱਬੋ ਬੱਚਿਆ ਤੁਹਾਡੀ ਮੇਰੀ, ਤੁਸੀਂ ਪੜ੍ਹੇ ਲਿਖੇ, ਮੈਂ ਤਾਂ ਕੁਛ ਜਾਣਦੀ ਨਹੀਂ। ਠੀਕ ਹੈ, ਮੈਂ ਜੋ ਵੀ ਹਾਂ, ਪਰ ਫਿਰ ਵੀ ਦੇਖੋ ਅਸੀਂ ਥੋਤੋਂ ਕੁਝ ਸਿੱਖਣ ਲਈ ਆਏ ਹਾਂ। ਹਾਂਜੀ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਥੋਤੋਂ ਕੁਝ ਸਿੱਖਣ ਲਈ ਆਏ ਹਾਂ। ਤਾਂ ਹਿੰਮਤ ਰੱਖ।
ਅਸੀਂ ਅਰਦਾਸ ਕਰਾਂਗੇ ਕਿ ਤੁਸੀਂ ਸਿਹਤਮੰਦ ਰਹੋ, ਤੰਦਰੁਸਤ ਰਹੋ ਥੈਂਕ ਯੂ ਤੇ ਬੇਟਾ, ਥੈਂਕ ਯੂ। ਬਹੁਤ ਬਹੁਤ ਕਦੀ ਸ਼ੁਕਰੀਆ। ਮੌਕਾ ਮਿਲੇ ਤੇ ਅੱਕ ਮਿਲਿਆ ਕਰੋ। ਜ਼ਰੂਰ। ਮੁਹਾਲੀ ਤਾਂ ਹੈ ਹਾਂਜੀ। ਤੇ ਤੂੰ ਦੂਰ ਤਾਂ ਹੈ ਨਹੀਂ, ਨੇੜੇ ਆ ਆਪਾਂ। ਨਹੀਂ ਨਾ ਹਾਂ, ਆਇਆ ਕਰੋ ਫਿਰ। ਆਵਾਂਗੇ। ਆਂਦੇ ਨਾਲ ਚੰਗਾ ਲੱਗਦਾ, ਹੂੰ। ਮਿਲਦਾ ਬੰਦਾ ਜਿਸ ਵੇਲੇ ਛੁੱਟੀ ਹੋ ਮੌਕਾ ਲੱਗੇ ਤੁਸੀਂ। ਤੁਹਾਨੂੰ ਅੱਜ ਵਧੀਆ ਲੱਗਿਆ ਗੱਲ ਹਾਂਜੀ। ਕਰਕੇ? ਅੱਜ ਵਧੀਆ ਲੱਗਿਆ ਤੁਹਾਨੂੰ ਗੱਲ ਕਰਕੇ? ਬੜਾ ਅੱਛਾ ਲੱਗਾ, ਹੂੰ ਅੱਛਾ ਲੱਗਾ। ਇੰਨਾ ਟਾਈਮ ਕੁਛ ਨਹੀਂ ਲੱਗਾ, ਹੂੰ ਇੰਨਾ टाइम तो बेटा कोई टाइम है ही नहीं किसी को। हूँ ठीक है, मतलब अच्छा जितना भी मिल रहा है बहुत अच्छा, अच्छा। तो जितना लोग बहुत अच्छा जो भी है ठीक है, बस खुश रहो बस, तुम मिल के मानी खुशी आती। ठीक है और बीजी। मेरी वो बेटी आनी है, ये मेरी लाडू है। अच्छा। ये बहुत अच्छी लगती। ਤੁਹਾਡੀ ਦੋਤ ਨੂੰ? हाँ जी, ਦੋਤ ਨੂੰ ਤੁਹਾਡੀ? ਅੱਛਾ दो तीन ਠੀਕ 2-3 साल की हुई है। ਠੀਕ ਹੈ। ਠੀਕ ਹੈ ਬੀਜੀ, ਆਪਾਂ ਫਿਰ ਮਿਲਦੇ ਰਵਾਂਗੇ। जरूर, ਤੁਸੀਂ ਚੜ੍ਹਦੀ ਕਲਾ ਚ ਰਹੋ। बिल्कुल, थैंक यू बेटा। ਸਤਿ ਸ਼੍ਰੀ ਅਕਾਲ ਬੀਜੀ। तुम नहीं चाह पीनी? ਆਪਾਂ ਪੀਨੇ ਆ, ਆਪਾਂ ਹੁਣ ਕੈਮਰੇ ਬੰਦ ਕਰ ਦਈਏ। ਕੈਮਰੇ ਬੰਦ ਕਰਕੇ ਫਿਰ ਆਪਾਂ ਚਾਹ ਪੀਨੇ ਆ। हाँ बस इसलिए करोगे, इसलिए ਇੱਧਰ ਦੇਖ ਕੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ। हाँ जी, ਇੱਧਰ ਦੇਖ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ। अच्छा ਇੱਥੇ ਦੇਖ। ਹਾਂ, ਬਸ ਸਾਰਿਆਂ ਨੂੰ ਕਹਿ ਦਿਓ ਕਿ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦਾਤਾ ਮੇਰ ਕਰੇ, ਸਭ ਠੀਕ ਠਾਕ, ਖੁਸ਼ ਰਹੋ।